श्री नानक अंगद गुरु अमरदास पद बंद। रामदास अर्जन गुरु बर श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नामो चरण अरविंद। जिसमें अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। श्री गुरु शब्द कमाए जिना जीते पंच विकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। सतनाम श्री वाहिगुरु साहिब जी। तह परोस मह एक सिख रहै। करन आहार गुरु हित चहै। हाथ जोर कर गुरु अगारी। बिनय सहत निज चाहे उचारी। तह परोस मह एक सिख रहै। वाहिगुरु जी का खालसा वाहिगुरु जी की फतेह। परम सन्मान जोग चवर छत्र तखत दे मालक। गुरता गदी दे तखत ते सुभाएमान। धन धन सतगुरु श्री गुरु ग्रंथ साहिब महाराज जी परम पवित्र सत संगत हजूरी दे अंदर गुरु तेग बहादुर साहब महाराज दे परम पवित्र स्थान गुरुद्वारा श्री भोरा साहिब जी विखे हाजरियां भर रहे दर्शन दीदारे कर रहे गुरु प्यारी खालसा साध संगत जी। सतगुरां दी बख्शिश होई है जो लड़ीवार गुर इतिहास आपां कहंदे सुनदे हां गुरां दे हजूर बैठ के। वो इतिहास की साखी कहण सुनन दा आपां नूं समां मिलिया है। गुरु तेग बहादुर साहब महाराज दिल्ली विच हिंदू धर्म की रखिया वास्ते कैद विच हन। औरंगजेब दे नाल सवाल जवाब होए ने। गुरु तेग बहादुर साहब नूं उन्हें कहा सी कि मैं सारे मुसलमान बनाने चाहुंदा मदद करो क्योंकि खुदा का यही आदेश है। महाराज कहते तेरे कहण नाल खुदा का आदेश नहीं हो सकता। कोई नहीं तेनों प्रमाण दे के विखाउने प्रतख। 5 मन कालियां मिर्चां गुरु साहब ने कहा भी साड़ 8 पैर सड़दियां रहन। फिर जो ठंडियां होईयां गुरु तेग बहादुर साहब जी ने सद्या भी वो सारी असीं सुआह कर दिती है। महाराज कहते उन्होंने हुण मसल जदों चंगी तरह मसलिया गया फिर कहते भी हुण छाण। बादशाह ने हुक्म किया सभा दे विच ही छाणियां गईयां मिर्चां। मिर्चां की सुआह 5 मन सारी जदों छाण हो गया 3 मिर्चां साबत निकलियां। उन्होंने मसलन का उन्होंने फेण का यतन किया वो नहीं फिसियां क्योंकि अग ही नहीं सी लगी। अग होंदी तो झाटी फिस जांदियां। तिन्ने साबत हैरान हो गए सारे। बादशाह नूं फड़ाइयां ने हाथ ते रख के वेखियां। कहण लगा महाराज
3 ਮਿਰਚਾਂ ਸਾਬਤ ਬਾਕੀ ਸੜ ਗਈਆਂ ਨੇ। ਪਰ ਇਹ ਦੱਸੋ ਵੀ ਇਹਦੇ ਵਿੱਚੋਂ ਉੱਤਰ ਤੁਹਾਡਾ ਕੀ ਨਿਕਲਿਆ, ਵੀ ਮੁਸਲਮਾਨ ਤੁਸੀਂ ਬਣੋਗੇ ਜਾਂ ਸਾਰੇ ਮੁਸਲਮਾਨ ਬਣਨੇ ਆ ਜਾਂ ਨਹੀਂ। ਮਹਾਰਾਜ ਕਹਿੰਦੇ ਵੀ ਉੱਤਰ ਤਾਂ ਸਾਹਮਣੇ ਹੀ ਹੈ, ਖੁਦਾ ਦਾ ਉੱਤਰ ਹੈ ਤੈਨੂੰ, ਪਰ ਖੋਲ ਕੇ ਦੱਸਦੇ ਆ ਵੀ ਤੂੰ ਚਾਹੁੰਦਾ ਏ ਵੀ ਸਾਰਿਆਂ ਨੂੰ ਮੈਂ ਇੱਕ ਕਰਦਾ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਪਹਿਲਾਂ ਜਿਹੜੇ ਹਿੰਦੂ ਤੇ ਮੁਸਲਮਾਨ ਨੇ, ਤੂੰ ਤਾਂ ਦੋਵਾਂ ਤੋਂ ਇੱਕ ਕਰਨਾ ਚਾਹੁੰਦਾ ਹੈ, ਪਰ ਖੁਦਾ ਨੂੰ ਮਨਜ਼ੂਰ ਹੈ, ਪਰਮੇਸ਼ਰ ਨੂੰ ਉਹ ਦੋਵਾਂ ਤੋਂ ਤੀਸਰਾ ਵੀ ਪ੍ਰਗਟ ਕਰੇਗਾ। ਤੂੰ ਚਾਹੁੰਦਾ ਹੈ ਵੀ ਕੇਵਲ ਮੁਸਲਮਾਨ ਰਹਿਣ, ਹਿੰਦੂ ਨਾ ਰਹਿਣ, ਪਰ ਪਰਮੇਸ਼ਰ ਚਾਹੁੰਦਾ ਹੈ ਵੀ ਤੀਸਰਾ ਵੀ ਇਹਨਾਂ 'ਚੋਂ ਖਾਲਸਾ ਪ੍ਰਗਟ ਹੋਵੇਗਾ। ਇਹ ਵੀ ਉੱਥੇ ਗੁਰਾਂ ਨੇ ਕਿਹਾ ਸੀ ਵੀ ਇਹ ਦੋਵਾਂ 'ਚੋਂ ਜਿਹੜਾ ਵੀ ਕੋਈ ਜ਼ੁਲਮ ਕਰਿਆ ਕਰੂਗਾ ਉਹਨਾਂ ਨੂੰ ਸੋਧਾ ਲਾਏਗਾ ਖਾਲਸਾ, ਤੇ ਰੜਕੇਗਾ ਦੋਵਾਂ ਦੀਆਂ ਅੱਖਾਂ ਦੇ ਵਿੱਚ ਹੀ ਸਦਾ। ਇਸ ਕਰਕੇ ਖੁਦਾ ਦੀ ਮਰਜ਼ੀ ਜਿਹੜੀ ਹੈ ਔਰੰਗਜ਼ੇਬ ਤੇਰੇ ਸਾਹਮਣੇ ਹੈ, ਤੇ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਦਾ ਹੁਕਮ ਮੰਨਣਾ ਚਾਹੀਦਾ। ਮਹਾਰਾਜ ਦਾ ਇਹ ਬਚਨ ਸੁਣ ਕੇ ਸੜਬਲ ਜੇ ਗਿਆ, ਅੰਦਰੋਂ ਔਖਾ ਜਿਹਾ ਹੋਇਆ, ਗੁਰਾਂ ਨੂੰ ਵਾਪਸ ਭੇਜਤਾ। ਮਗਰੋਂ ਮਲਾਣਿਆਂ ਨਾਲ ਕਾਜ਼ੀਆਂ ਨਾਲ ਗੱਲਾਂ ਕਰਦਾ ਵੀ ਮੈਨੂੰ ਇਉਂ ਲੱਗਦਾ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਸਾਡੀ ਗੱਲ ਨਹੀਂ ਮੰਨਣਗੇ, ਆਪਣੇ ਧਰਮ 'ਤੇ ਕਾਇਮ ਰਹਿਣਗੇ, ਕਿਉਂਕਿ ਇੱਕ ਤਾਂ ਇਹਨਾਂ 'ਚ ਸ਼ਕਤੀ ਹੈ, ਕਰਾਮਾਤ ਜ਼ਰੂਰ ਹੈ। ਆ 3 ਮਿਰਚਾਂ ਸੜਨੋਂ ਬਚਾਈਆਂ ਇਹਨਾਂ ਸ਼ਕਤੀ ਨਾਲ, ਪਰ ਸਾਡੇ ਕਹਿਣ ਦੇ ਪ੍ਰਗਟ ਰੂਪ ਵਿੱਚ ਵਿਖਾਉਣਗੇ ਵੀ ਨਹੀਂ, ਸਾਡਾ ਕਿਹਾ ਨਹੀਂ ਮੰਨਣਗੇ। ਮਲਾਣੇ ਕਹਿਣ ਲੱਗੇ ਬਾਦਸ਼ਾਹ ਮੰਨਣਗੇ ਕਿਵੇਂ ਨਾ, ਥੋੜ੍ਹੀ ਜਿਹੀ ਸਖਤੀ ਤਾਂ ਕਰ ਉਹਨਾਂ 'ਤੇ, ਉਹਨਾਂ ਨੂੰ ਥੋੜ੍ਹੀ ਸਖਤੀ ਕਰਕੇ ਕੈਦ ਦੇ ਵਿੱਚ ਔਖਿਆਈ ਦੇ, ਦਿਨ ਦੇ ਸਮੇਂ ਬਾਹਰ ਨਿਕਲਣੀ ਨਾ ਦੇ, ਹਨੇਰੇ 'ਚ ਰੱਖ, ਹਰ ਸਮੇਂ ਤਕੜਾਈ ਕਰਕੇ ਰੱਖ, ਜਦੋਂ ਥੋੜ੍ਹਾ ਜਿਹਾ ਸਰੀਰ ਨੂੰ ਤੰਗੀ ਆਊਗੀ ਆਪੇ ਹੀ ਮੰਨਣਗੇ। ਸੋ ਇਸ ਤਰ੍ਹਾਂ ਇਹ ਸਲਾਹਾਂ ਪੱਕ ਰਹੀਆਂ ਸਨ। ਉੱਧਰ ਮਹਾਰਾਜ ਸੁੱਖ ਨਾਲ ਆਨੰਦ ਨਾਲ ਬੈਠੇ ਨੇ। ਸਤਿਗੁਰਾਂ ਕੋਈ ਇੱਕ ਦਿੱਲੀ ਦਾ ਪ੍ਰੇਮੀ ਸਿੱਖ ਆਇਆ, ਉਹਦੇ ਮਨ ਦੀ ਭਾਵਨਾ ਸੀ ਵੀ ਘਰੇ ਲਿਆ ਕੇ ਗੁਰਾਂ ਨੂੰ ਪ੍ਰਸ਼ਾਦਾ ਛਕਾਵਾਂ, ਤੇ ਕਹਿੰਦਾ ਕੈਦ ਵਿੱਚ ਪਏ ਨੇ, ਘਰੇ ਕਿਵੇਂ ਆ ਸਕਦੇ ਆ, ਜਾਂ ਮੈਂ ਬਣਾ ਕੇ ਮਹਾਰਾਜ ਨੂੰ ਉੱਥੇ ਦੇ ਆਵਾਂ। ਤੇ ਸਤਿਗੁਰੂ ਸਾਹਿਬ ਮੇਰਾ ਜੇ ਭੋਜਨ ਅੰਗੀਕਾਰ ਕਰਨ ਤਾਂ ਮੇਰਾ ਜੀਵਨ ਸਫਲ, ਜੇ ਅੰਗੀਕਾਰ ਨਹੀਂ ਕਰਨਗੇ ਮੈਂ ਸਮਝਾਂਗਾ ਮੇਰੇ ਮਾੜੇ ਭਾਗ। ਇੱਦਾਂ ਭਾਵਨਾ ਰੱਖ ਕੇ ਗੁਰੂ ਸਾਹਿਬ ਕੋ ਆਇਆ, ਮੁਲਾਕਾਤ ਕੀਤੀ ਸਿਪਾਹੀ ਨੂੰ ਕਹਿ ਕੇ। ਪਹਿਲਾਂ ਤਾਂ ਵਿਰਾਗ ਵਿੱਚ ਆ ਗਿਆ, ਗੁਰਾਂ ਨੂੰ ਕੈਦ ਵਿੱਚ ਪਿਆ ਵੇਖ ਕੇ। ਸਾਹਿਬ ਕਹਿੰਦੇ ਤੂੰ ਆਪਣੀ ਭਾਵਨਾ ਦੱਸ। ਕਹਿੰਦਾ ਮਹਾਰਾਜ ਮੇਰੀ ਇੱਛਾ ਇਹ ਹੈ ਵੀ ਆਪ ਦੇ ਚਰਨ ਮੇਰੇ ਘਰੇ ਪੈਣ, ਮੈਂ ਭੋਜਨ ਬਣਾ ਕੇ ਛਕਾਵਾਂ ਤੇ ਆਪ ਛਕੋ, ਤੇ ਜੇ ਤੁਸੀਂ ਕਹੋ ਵੀ ਕੈਦ ਕਰਕੇ ਨਹੀਂ ਜਾ ਸਕਦੇ ਤਾਂ ਮਹਾਰਾਜ ਜੇ ਆਗਿਆ ਹੋਵੇ ਤਾਂ ਇੱਥੇ ਬਣਾ ਕੇ ਲੈ ਆਵਾਂ। ਇਹਦਾ ਪਿਆਰ ਵੇਖ ਕੇ ਮਹਾਰਾਜ ਕਹਿੰਦੇ ਨਹੀਂ ਤੂੰ ਤਿਆਰੀ ਕਰ, ਕੱਲ੍ਹ ਨੂੰ ਅਸੀਂ ਪਹਿਰ ਦਿਨ ਚੜ੍ਹੇ ਤੋਂ, ਦਿਨ ਦੇ 9 ਵਜੇ ਸਵੇਰ ਦੇ ਸਮੇਂ ਜਿਹੜੇ ਘਰੇ ਆ ਕੇ ਹੀ ਛਕਾਂਗੇ। ਬਚਨ ਸੁਣ ਕੇ ਭਰੋਸਾ ਆ ਗਿਆ ਵੀ ਗੁਰੂ ਸਾਹਿਬ ਜੋ ਬਚਨ ਕਰਦੇ ਨੇ ਉਹ ਸੱਚਾ ਹੀ ਕਰਦੇ ਹਨ। ਭਾਵੇਂ ਮਹਾਰਾਜ ਕੈਦ ਵਿੱਚ ਵੀ ਨੇ, ਪਰ ਜੇ ਗੁਰਾਂ ਨੇ ਕਹਿ ਦਿੱਤਾ ਤਾਂ ਜ਼ਰੂਰ ਮੇਰੇ ਘਰੇ ਆਉਣਗੇ। ਜਾ ਕੇ ਤਿਆਰੀ ਕੀਤੀ, ਸਮਾਨ ਖਰੀਦ ਲਿਆ। ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਬਣਾਇਆ, ਹੋਰ ਖੀਰ ਆਦਿਕ ਚੰਗੇ ਪਕਵਾਨ ਬਣਾਏ ਗੁਰੂ ਸਾਹਿਬ ਦੇ ਵਾਸਤੇ। ਸਤਿਗੁਰੂ ਜੀ ਠੀਕ 9 ਵਜੇ ਜਦੋਂ ਇੱਕ ਪਹਿਰ ਦਿਨ ਪੂਰਾ ਚੜ੍ਹ ਆਇਆ, ਅਗਲੀ ਸਵੇਰ ਉਹਦੇ ਘਰ ਦੇ ਅੰਦਰ ਜਾ ਪ੍ਰਗਟ ਹੋਏ, ਪਹੁੰਚ ਗਏ। ਸਾਹਿਬ ਜੀ ਦਰਸ਼ਨ ਕਰਕੇ ਸਿੱਖ ਨਿਹਾਲ ਹੋ ਗਿਆ, ਬੜਾ ਹੀ ਆਨੰਦਿਤ ਹੈ, ਬੜਾ ਖੁਸ਼ ਹੈ। ਚਰਨ ਧੋਤੇ, ਸੇਵਾ ਕੀਤੀ, ਨਮਸਕਾਰਾਂ ਕਰਦਾ, ਚੌਂਕੀ 'ਤੇ ਬਿਠਾ ਕੇ ਭੋਜਨ ਅੱਗੇ ਰੱਖਦੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭੋਜਨ ਛਕਾ ਰਹੇ ਹਨ। ਨੇੜੇ ਦੇ ਸਿੱਖਾਂ ਨੂੰ, ਆਂਢ ਗੁਆਂਢ ਦੇ ਜਿਨ੍ਹਾਂ ਨੂੰ ਪਤਾ ਲੱਗਾ ਵੀ ਦਰਸ਼ਨ ਕਰਨ ਵਾਸਤੇ ਆ ਰਹੇ ਨੇ। ਇੱਥੋਂ ਤੀਕਰ ਸਾਖੀ ਆਪਾਂ ਕੱਲ੍ਹ ਸਰਵਣ ਕੀਤੀ ਸੀ ਵੀ ਪ੍ਰੇਮ ਦੇ ਵਧੇ ਹੋਏ ਦਿੱਲੀ ਦੇ ਇੱਕ ਸਿੱਖ ਦੇ ਘਰੇ ਮਹਾਰਾਜ ਪਹੁੰਚੇ ਨੇ, ਤੇ ਜਿਵੇਂ ਉਹ ਪ੍ਰੇਮ ਵੇਖ ਕੇ ਹੋਰ ਵੀ ਸਿੱਖ ਬੇਨਤੀ ਕਰੂ ਕਿ ਮਹਾਰਾਜ ਮੇਰੇ ਵੀ ਆਓ ਫਿਰ। ਤੇ ਸਤਿਗੁਰੂ ਸਾਹਿਬ ਜਿਵੇਂ ਉੱਤਰ ਦਿੰਦੇ ਹੈ, ਜਿਵੇਂ ਇੱਕ ਮਲਾਣਾ ਵੇਖ ਕੇ ਸੜ ਬਲ ਕੇ ਔਰੰਗਜ਼ੇਬ ਕੋ ਸ਼ਿਕਾਇਤ ਕਰਦਾ। ਇਹ ਇਤਿਹਾਸ, ਇਹ ਪ੍ਰਸੰਗ ਆਪਾਂ ਅੱਜ ਸਰਵਣ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨ ਕਮਲਾਂ ਦਾ ਧਰੀਏ ਧਿਆਨ। ਰਸਨਾ ਕਰੋ ਪਵਿੱਤਰ ਸਾਰੀ ਹੀ ਸੰਗਤ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਹਿ ਪਰੋਸ
ਪੜੋਸ ਮਹਿ ਇੱਕ ਸਿੱਖ ਰਹੈ। ਜਦੋਂ ਗੁਰੂ ਗਰੀਬ ਨਿਵਾਜ ਦਿੱਲੀ ਦੇ ਇੱਕ ਸਿੱਖ ਦੇ ਘਰ ਵਿੱਚ ਬੈਠੇ ਭੋਜਨ ਛਕ ਰਹੇ ਨੇ, ਮਹਾਰਾਜ ਸਾਹਿਬ ਸਿੱਖ ਦੀ ਭਾਵਨਾ ਪੂਰੀ ਕਰਨ ਆਏ ਨੇ। ਸਿੱਖ ਵੇਖ ਵੇਖ ਕੇ ਖੁਸ਼ ਹੋ ਰਿਹਾ ਹੈ। ਕੁਝ ਆਸ-ਪਾਸ ਦੇ ਸਿੱਖ ਵੀ ਆ ਕੇ ਬੈਠੇ ਹੋਏ ਨੇ, ਮਹਾਰਾਜ ਦੇ ਦਰਸ਼ਨ ਕਰ ਰਹੇ ਹਨ। ਤਹਿ ਪਰੋਸ ਮੈਂ ਇੱਕ ਸਿੱਖ ਰਹਿ। ਜਿਸ ਸਿੱਖ ਦੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਭੋਜਨ ਛਕ ਰਹੇ ਸਨ ਪ੍ਰਸ਼ਾਦਾ, ਉਹਦੇ ਗਵਾਂਢ ਵਿੱਚ ਹੀ ਇੱਕ ਪੜੋਸ ਦੇ ਵਿੱਚ ਇੱਕ ਹੋਰ ਗੁਰੂ ਕਾ ਪਿਆਰਾ ਸਿੱਖ ਰਹਿੰਦਾ ਹੈ। ਆਹਾਰ ਗੁਰੂ ਹਿਤ ਚਾਹੈ। ਜਦੋਂ ਉਹਨੇ ਵੇਖਿਆ ਵੀ ਮਹਾਰਾਜ ਵੇਖੋ ਵੀ ਇਹ ਸਿੱਖ ਦੀ ਭਾਵਨਾ ਪੂਰੀ ਕਰਨ ਆਏ ਨੇ, ਪ੍ਰਸ਼ਾਦਾ ਛਕ ਰਹੇ ਨੇ, ਉਹਦੇ ਚਿੱਤ ਵਿੱਚ ਵੀ ਚਾਹਨਾ ਜਾਗੀ ਵੀ ਮੈਂ ਵੀ ਗੁਰੂ ਤੇਗ ਬਹਾਦਰ ਸਾਹਿਬ ਲਈ ਭੋਜਨ ਪਕਾਵਾਂ, ਮੇਰੇ ਵੀ ਮਹਾਰਾਜ ਸਾਹਿਬ ਜੀ ਘਰ ਵਿੱਚ ਆ ਕਰਕੇ ਭੋਜਨ ਛਕਣ। ਇੱਦਾਂ ਵੀ ਬਚਨ ਆਉਂਦਾ ਹੈ ਜਦੋਂ ਉਹਦੇ ਮਨ ਦੀ ਭਾਵਨਾ ਹੋਈ ਵੀ ਮਹਾਰਾਜ ਮੇਰੇ ਘਰੇ ਆਉਣ। ਸ੍ਰੀ ਗੁਰ ਹੱਥ ਜੋੜ ਕਰ ਗੁਰੂ ਉਗਾਰੀ। ਆ ਦੋਵੇਂ ਹੱਥ ਜੋੜ ਕੇ ਉਸ ਸਵੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ। ਬੇਨਤੀ ਕਰਨ ਤੋਂ ਪਹਿਲਾਂ ਉਹਦੇ ਮਨ 'ਚ ਪਹਿਲਾਂ ਇਹ ਖਿਆਲ ਆਇਆ ਕਿ ਪੁੰਨ ਮਨ ਮਾਹੇ ਵਿਚਾਰੇ ਐਸੇ, ਮੋਰੇ ਘਰ ਗੁਰ ਆਵਹਿ ਕੈਸੇ, ਵੀ ਮੇਰੇ ਘਰ ਦੇ ਵਿੱਚ ਗੁਰੂ ਸਾਹਿਬ ਕਿਵੇਂ ਆਉਣਗੇ। ਤਾਂ ਫਿਰ ਮਨ ਵਿੱਚ ਸ਼ਰਧਾ ਰੱਖੀ ਵੀ ਜਿਵੇਂ ਇਸ ਸਿੱਖ ਦੇ ਘਰੇ ਆਏ ਆ ਮੇਰੇ ਵੀ ਆ ਜਾਣਗੇ। ਇਹ ਸ਼ਰਧਾ ਕਾਇਮ ਕਰਕੇ ਦੋਵੇਂ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗਾ, ਬਿਨੈ ਸਹਿਤ ਨਿਜ ਚਾਹ ਉਚਾਰੀ। ਬਿਨੇ ਬੇਨਤੀ ਪੂਰਵਕ ਆਪਣੇ ਦਿਲ ਦੀ ਚਾਹਨਾ ਜਿਹੜੀ ਖਾਹਿਸ਼ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹੀ ਬੋਲ ਕੇ ਉਚਾਰ ਕੇ, ਸ੍ਰੀ ਗੁਰੂ ਜੀ ਮੇਰੀ ਅਰਦਾਸ। ਇਹ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਮਾਲਕ ਜੀ, ਮੇਰੀ ਵੀ ਅਰਦਾਸ ਹੈ, ਬੇਨਤੀ ਹੈ ਤੁਹਾਡੇ ਕੋਲ। ਆਵੋ ਭੋਰ ਹਮਾਰ ਆਵਾਸ। ਪਾਤਸ਼ਾਹ ਜਿਵੇਂ ਅੱਜ ਆਪ ਇਸ ਸਿੱਖ ਦੇ ਘਰ ਆਏ ਹੋ, ਮੇਰੀ ਇੱਛਾ ਹੈ ਵੀ ਕੱਲ ਸਵੇਰ ਨੂੰ ਮੇਰੇ ਘਰੇ ਵੀ ਆਪ ਆ ਕੇ ਚਰਨ ਪਾਵੋ। ਕਿਰਪਾ ਕਰੋ ਨਿਜ ਦਾਸ ਜਨੀਜੈ। ਮਹਾਰਾਜ ਮੈਨੂੰ ਆਪਣਾ ਸੇਵਕ ਹੀ ਜਾਣੋ, ਅਸੀਂ ਤੁਹਾਡੇ ਚਰਨਾਂ ਦੇ ਦਾਸ ਹੈ, ਭੌਰੇ ਹੈ, ਤੇ ਮੇਰੇ ਤੇ ਕਿਰਪਾ ਕਰੋ, ਰਹਿਮਤ ਕਰ ਦਿਓ। ਭੋਜਨ ਭਾਉ ਸਮੇਤ ਅਚੀਜੈ। ਤੇ ਮਹਾਰਾਜ ਜੀ ਉਹ ਸ਼ਰਧਾ ਵੇਖ ਕੇ ਮੇਰੀ ਪ੍ਰੇਮ ਦੇ ਸਹਿਤ ਆਪ ਖੁਸ਼ ਹੋ ਕੇ ਮੇਰੇ ਘਰੋਂ ਭੋਜਨ ਛਕੋ। ਤੁਹਾਡੇ ਚਰਨ ਘਰ ਵਿੱਚ ਪੈਣ ਕੱਲ ਸਵੇਰੇ, ਤੇ ਮਹਾਰਾਜ ਭੋਜਨ ਮੈਂ ਤੁਹਾਨੂੰ ਛਕਾਵਾਂ ਤਿਆਰ ਕਰਕੇ, ਮੇਰੇ ਦਿਲ ਦੀ ਖਾਹਿਸ਼ ਹੈ। ਪਾਵਨ ਪਾਵਨ ਘਰ ਘਰ ਪਾਵਨ। ਮਹਾਰਾਜ ਜੋ ਤੁਹਾਡੇ ਪਾਵਨ ਪਵਿੱਤਰ ਚਰਨ ਹਨ, ਉਹਨਾਂ ਪਵਿੱਤਰ ਚਰਨਾਂ ਨੂੰ ਮੇਰੇ ਘਰ ਦੇ ਵਿੱਚ ਪਾ ਕੇ ਮੇਰਾ ਘਰ ਪਵਿੱਤਰ ਕਰ ਦਿਓ, ਰਹਿਮਤ ਕਰ ਦਿਓ। ਪਵਿੱਤਰ ਚਰਨ ਮੇਰੇ ਘਰ ਵਿੱਚ ਪਾਉਣਾ ਕਰੋ ਆਪ। ਮੈਂ ਨਿਹਾਲ ਹਾਂ ਤੁਮਰੇ ਆਵਨ। ਤੇ ਆਪ ਜੀ ਦੇ ਆਉਣ ਕਰਕੇ ਮਹਾਰਾਜ ਮੈਂ ਨਿਹਾਲ ਹੋ ਜਾਵਾਂਗਾ, ਮੇਰਾ ਤਾਂ ਜੀਵਨ ਧਨ ਹੋ ਜੂ, ਸਫਲ ਹੋ ਜੂ ਜੇ ਕਿਤੇ ਤੁਸੀਂ ਮੇਰੇ ਘਰੇ ਚਰਨ ਪਾਵੋ। ਅਧਿਕ ਦੀਨਤਾ ਭਿਖ ਸਿੱਖ ਕੇਰੀ। ਮਹਾਰਾਜ ਸਾਹਿਬ ਦਿਲ ਵੇਖਦੇ ਨੇ, ਬਾਹਰੋਂ ਤਾਂ ਜਿਵੇਂ ਮਰਜੀ ਕੋਈ ਬਣ ਵਿਖਾਵੇ। ਸਤਿਗੁਰੂ ਸਾਹਿਬ ਜੀ ਨੇ ਵੇਖਿਆ ਵੀ ਇਹ ਅੰਦਰੋਂ ਪਿਆਰ ਹੈ ਸਾਡੇ ਨਾਲ, ਸ਼ਰਧਾ ਹੈ, ਤੇ ਬੜੀ ਦੀਨਤਾ ਨਾਲ ਹੱਥ ਜੋੜੇ ਹੈ, ਤੇ ਮਹਾਰਾਜ ਸਾਹਿਬ ਦੇ ਤਰਲੇ ਕੱਢ ਰਿਹਾ। ਤਾਂ ਇਹਦੀ ਦੀਨਤਾ ਵੇਖ ਕੇ, ਪ੍ਰੇਮ ਵੇਖ ਕੇ ਨਾਵੇਂ ਪਾਤਸ਼ਾਹ ਨੇ ਨੇਤਰ ਕਿਰਪਾਲ ਕਹਿਓ ਤਿਸ ਬੇਰੀ। ਮਹਾਰਾਜ ਨੇ ਕਿਰਪਾ ਭਰੀ ਨਿਗਾਹ ਨਾਲ ਇਹਦੇ ਵੱਲ ਵੇਖ ਕਰਕੇ, ਕਿਰਪਾ ਦ੍ਰਿਸ਼ਟੀ ਕਰਕੇ ਬਚਨ ਕੀਤਾ। ਸੁਧ ਭਾਵਨਾ ਜੇ ਗੁਰ ਤੋਰੀ। ਮਹਾਰਾਜ ਕਹਿੰਦੇ ਗੁਰਸਿੱਖਾ, ਜੇ ਤੇਰੇ ਦਿਲ ਦੀ ਸ਼ੁੱਧ ਭਾਵਨਾ ਹੋਏਗੀ ਨਾ, ਦਿਲੋਂ ਤੂੰ ਭਾਵਨਾ ਰੱਖਦਾ ਹੋਏਗਾ, ਸੋ ਸਤ ਗੁਰ ਤੇ ਪੂਰਨ ਹੋਈ। ਉਹ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਸਤਿਗੁਰੂ ਦੇ ਦਰ ਤੋਂ ਤੇਰੀ ਭਾਵਨਾ ਜ਼ਰੂਰ ਪੂਰੀ ਹੋਵੇਗੀ। ਅਸ ਕਹਿ ਸਿੱਖਨ ਦੇ ਸੰਤੋਖਾ। ਇਸ ਤਰ੍ਹਾਂ ਵਚਨ ਕੀਤਾ ਤੇ ਉਸ ਸਿੱਖ ਦੇ ਸਮੇਤ ਸਭ ਨੂੰ ਸੰਤੋਖ ਦਿੱਤਾ, ਸੰਤੁਸ਼ਟ ਕੀਤਾ ਸਾਹਿਬਾਂ ਨੇ। ਜਿਸ ਤੇ ਡਿਡ ਔਰ ਵਧੇ ਭਰੋਸਾ। ਜਿਸ ਸੰਤੋਸ਼ ਦੇ ਨਾਲ ਹਿਰਦੇ ਦੇ ਵਿੱਚ ਹੋਰ ਭਰੋਸਾ ਦ੍ਰਿੜ ਹੋ ਜਾਵੇ, ਹੋਰ ਵਿਸ਼ਵਾਸ ਆਪਣੇ ਗੁਰੂ ਤੇ ਬੱਝੇ ਵੀ ਜਹ ਜਾਈਏ ਤਾਂ ਸਹੇਲੇ ਵੀ ਜਿੱਥੇ ਵੀ ਜਾਈਏ ਗੁਰੂ ਨਾਲ ਅੰਗ ਸੰਗੀ ਆ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਵੀ ਗੁਰੂ ਸਾਹਿਬ ਸਾਡੇ ਅੰਗ ਸੰਗ ਸਦਾ ਨਾਲ ਰਹਿੰਦੇ ਨੇ। ਐਸਾ ਭਰੋਸਾ ਸਿੱਖਾਂ 'ਚ ਕਾਇਮ ਕਰਨ ਦੇ ਲਈ ਮੰਦ ਮੰਦ ਸਤਿਗੁਰ ਪੁਨ ਚਲੇ। ਸਿੱਖ ਨੂੰ ਬਚਨ ਕਹਿ ਗਏ ਵੀ ਤੇਰਾ ਸਿਦਕ ਪੂਰਾ ਕਰਾਂਗੇ ਅਸੀਂ ਵੀ, ਤੂੰ ਆਪਣੀ ਤਿਆਰੀ ਰੱਖੀ,
ਫਿਰ ਭੋਜਨ ਛਕ ਕੇ ਜਿਹਦੇ ਘਰ ਦੇ ਵਿੱਚੋਂ ਛਕ ਰਹੇ ਸਨ, ਸਹਿਜੇ ਸਹਿਜੇ ਵਾਪਸ ਮਹਾਰਾਜ ਕੋਤਵਾਲੀ ਨੂੰ ਚੱਲ ਪਏ। ਜਿਨ ਦਰਸ਼ਨ ਤੇ ਦੁਖ ਦਲ ਮਲੇ, ਜਿਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਸਾਰੇ ਹੀ ਦੁੱਖ ਦਲੇ ਮਲੇ ਜਾਂਦੇ, ਨਾਸ ਹੋ ਜਾਂਦੇ ਹਨ। ਮਿਲੇ ਸਿੱਖ ਕੋ ਬੰਧਨ ਠਾਨ, ਰਾਹ ਵਿੱਚ ਜਾਂਦੇ ਆ ਜਿਹੜਾ ਤੇ ਕੋਈ ਗੁਰੂ ਕਾ ਸਿੱਖ ਮਿਲ ਪੈਂਦਾ ਹੈ, ਉਹ ਮਹਾਰਾਜ ਨੂੰ ਵੇਖਦੇ ਹੀ ਨਮਸਕਾਰ ਕਰਦਾ ਹੈ। ਹੁਣ ਆਪਸ ਮਹਿ ਮਿਲੇ ਬਖਾਨ, ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਗਾਹਾਂ ਚਲੇ ਗਏ, ਫਿਰ ਸਿੱਖ ਆਪਸ ਵਿੱਚ ਹੀ ਮਿਲ ਕੇ ਮਗਰੋਂ ਇਦਾਂ ਗੱਲਾਂ ਕਰਨ ਲੱਗ ਪਏ। ਸ੍ਰੀ ਪ੍ਰਭ ਸਰਬ ਭਾਂਤ ਸਮਰੱਥ, ਕਹਿਣ ਲੱਗੇ, ਵੇਖੋ ਭਾਈ, ਜੋ ਸਾਡੇ ਪ੍ਰਭੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਹੁਣੇ ਮਹਾਰਾਜ ਆਪਣੇ ਕੋਲੋਂ ਲੰਘ ਕੇ ਗਏ ਆ, ਇਹ ਸਭ ਤਰ੍ਹਾਂ ਕਰਕੇ ਸਮਰੱਥ ਹੈ, ਇਹਨਾਂ ਕੋ ਹਰ ਤਰ੍ਹਾਂ ਦੀ ਤਾਕਤ ਹੈ। ਚਾਹੇ ਸੋ ਕਰਹਿ ਧਰੈ ਸਿਰ ਹੱਥ, ਜੋ ਚਾਹਣ ਉਹੀ ਕਰ ਸਕਦੇ ਆ। ਜੇ ਆਪ ਨਾ ਕਰਨਾ ਹੋਵੇ, ਜਿਹਦੇ ਸਿਰ ਤੇ ਹੱਥ ਰੱਖ ਦੇਣ, ਉਹਦੇ ਕੋਈ ਸਭ ਕੁਝ ਕਰਾ ਸਕਦੇ ਹਨ। ਸਕਲ ਜਗਤ ਸਿਰਜਨ ਅਰ ਪਾਲਨ, ਸਾਰੇ ਜਗਤ ਦੀ ਸਿਰਜਣਾ ਕਰਨੀ, ਪੈਦਾਇਸ਼ ਕਰਨੀ, ਫਿਰ ਉਹਨਾਂ ਦੀ ਜੋ ਪਾਲਣਾ ਕਰਨੀ ਹੈ। ਕਰਹਿ ਛਿਨਕ ਮਹਿ ਸਭ ਕੋ ਘਾਲਨ, ਛਿਨਕ ਦੇ ਵਿੱਚ ਹੀ ਸਿਰਜਣਾ ਕਰ ਸਕਦੇ ਨੇ, ਛਿਨਕ ਦੇ ਵਿੱਚ ਹੀ ਪਾਲਣਾ ਕਰਨ ਦਾ ਪ੍ਰਬੰਧ ਕਰ ਦਿੰਦੇ, ਤੇ ਇੱਕ ਛਿਣ ਵਿੱਚ ਹੀ ਸਾਰਿਆਂ ਨੂੰ ਨਾਸ਼ ਕਰਨ ਦੀ ਤਾਕਤ ਹੈ ਗੁਰਾਂ ਵਿੱਚ। ਸ਼ਕਤ ਮਹਿਤ ਤੇ ਮਹਿਤ ਧਰਤ ਹੈ, ਆ ਵੱਡੀ ਤੋਂ ਵੱਡੀ, ਮਹਾਨ ਤੋਂ ਮਹਾਨ ਸ਼ਕਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਰੱਖਦੇ ਹਨ ਆਪਣੇ ਵਿੱਚ। 10,000 ਕਾਜ ਕਰਤ, ਹਜ਼ਾਰਾਂ ਹੀ ਆਪਣੇ ਸੇਵਕਾਂ ਦੇ ਕਾਰਜ ਜਦੋਂ ਵੀ ਕੋਈ ਮੁਸ਼ਕਲ ਬਣੇ ਸੰਪੂਰਨ ਕਰਦੇ ਹਨ। ਅਵਤੁਰ ਕੇਸ਼ੁਰ ਕੈਦ ਪਰੇ ਹੈ, ਤੇ ਸਿੱਖ ਆਪਸ ਵਿੱਚ ਜਦੋਂ ਮਹਾਰਾਜ ਸਾਹਿਬ ਜੀ ਨੂੰ ਕੋਲੋਂ ਦੀ ਲੰਘ ਕੇ ਅੱਗੇ ਜਾਂਦਿਆਂ ਵੇਖਿਆ, ਤਾਂ ਆਪਸ ਵਿੱਚ ਗੱਲਾਂ ਕਰਦੇ, ਵੇਖੋ ਐਡੇ ਸਮਰੱਥ ਨੇ, ਪਰ ਹੁਣ ਔਰੰਗਜ਼ੇਬ ਦੀ ਕੈਦ ਵਿੱਚ ਮਹਾਰਾਜ ਨੇ ਆਪਣੇ ਆਪ ਨੂੰ ਪਾਇਆ ਹੋਇਆ ਹੈ। ਉਹ ਜਾਣੈ ਕਿ ਮਸ਼ੀਮਾ ਧਰੇ ਆ ਹੈ, ਕਹਿੰਦੇ, ਕੌਣ ਜਾਣਦਾ ਹੈ ਸਾਡੇ ਚੋਂ, ਕੀ ਪਤਾ ਹੈ ਵੀ ਕਿਸ ਕਾਰਨ ਮਹਾਰਾਜ ਛਿਮਾ ਹੀ ਧਾਰਨ ਕੀਤੀ, ਹਾਲਾਂ ਤੀਕਰ ਨਾਸ਼ ਕਿਉਂ ਨਹੀਂ ਕੀਤਾ ਤੁਰਕਾਂ ਦਾ। ਨਾਹੇ ਤਾਂ ਸੁਤ ਬਨਤਾ ਸਭ ਸਾਜ, ਨਹੀਂ ਤਾਂ ਮਹਾਰਾਜ ਸਾਹਿਬ ਜੀ ਜੇ ਥੋੜਾ ਜਿਹਾ ਮਨ 'ਚ ਖਿਆਲ ਕਰ ਲੈਣ, ਤਾਂ ਜਿਹੜਾ ਤੁਰਕ ਹੈ, ਉਹਦੀ ਘਰ ਵਾਲੀ, ਉਹਦੀ ਧੀ, ਉਹਦੇ ਪੁੱਤ, ਜਿੰਨਾ ਵੀ ਹੋਰ ਸਾਜੋ ਸਮਾਨ ਰਾਜ ਭਾਗ ਹੈ, ਅਵਤੁਰ ਕਨਕੋ ਜਹ ਲਗ ਰਾਜ, ਤੇ ਬਾਕੀ ਜਿੱਥੋਂ ਤੀਕਰ ਤੁਰਕਾਂ ਦਾ ਰਾਜ ਹੈ ਇਸ ਧਰਤੀ ਦੇ ਉੱਤੇ। ਏਕ ਬੋਲ ਤੇ ਦੇਹੇ ਵਿਨਾਸ਼, ਗੁਰੂ ਤੇਗ ਬਹਾਦਰ ਸਾਹਿਬ ਸਾਡੇ ਪਾਤਸ਼ਾਹ ਨੂੰ ਕੋਈ ਬਹੁਤਾ ਕਹਿਣਾ ਥੋੜਾ ਪੈਣਾ, ਕੁਝ ਇੱਕ ਬੋਲ ਹੀ ਮੁਖੋਂ ਕਹਿਣਾ ਹੈ, ਕਿਉਂਕਿ ਹਰਨ ਭਰਨ ਜਾ ਕਾ ਨੇਤਰ ਫੋਰ, ਇੱਕ ਅੱਖ ਦੇ ਫੋਰ ਵਿੱਚ ਹੀ ਨਾਸ਼ ਕਰ ਦੇਣਾ, ਇੱਕ ਅੱਖ ਦੇ ਫੋਰ ਵਿੱਚ ਹੀ ਸਭ ਨੂੰ ਭਰ ਦੇਣਾ, ਇੰਨੀ ਤਾਕਤ ਹੈ ਨਾ। ਤੇ ਮਹਾਰਾਜ ਸਾਹਿਬ ਜੀ ਦੇ ਬਾਬਤ ਸਿੱਖ ਬਚਨ ਕਰਦੇ ਹੈ ਵੀ ਸਤਿਗੁਰੂ ਇੱਕ ਮੂੰਹੋਂ ਬਚਨ ਹੀ ਕਹਿ ਦੇਣ, ਕਿਉਂਕਿ ਪਸਾਰਾ ਵੀ ਕਿਵੇਂ ਹੋਇਆ, ਕੀਤਾ ਪਸਾਓ ਏਕੋ ਕਵਾਓ, ਕਵਾਓ ਨਾਮ ਹੈ ਬਚਨ ਦਾ, ਇੱਕ ਹੁਕਮ ਹੀ ਹੋਇਆ ਨਾ ਪਰਮੇਸ਼ਰ ਦਾ ਵੀ ਸਾਰੇ ਸੰਸਾਰ ਦੀ ਪੈਦਾਇਸ਼ ਹੋ ਜਾਵੇ, ਪਸਾਰਾ ਹੋ ਜਾਵੇ, ਇੱਕ ਤੋਂ ਮੈਂ ਅਨੇਕਾਂ ਰੂਪ ਹੋਵਾਂ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਜਗਤ ਦੀ ਰਚਨਾ ਹੋ ਗਈ। ਜਦੋਂ ਇੱਕ ਹੀ ਵਚਨ ਕਹਿੰਦੇ ਆ ਵੀ ਫਿਰ ਮੈਂ ਬਹੁ ਰੂਪਾਂ ਤੋਂ ਫਿਰ ਇੱਕ ਰੂਪ ਹੋ ਜਾਵਾਂ, ਪਰਲੋ ਹੋ ਜਾਂਦੀ ਹੈ, ਲੈਤਾ ਹੋ ਜਾਂਦੀ ਹੈ। ਤੇ ਸਿੱਖ ਕਹਿੰਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਇੱਕ ਵਚਨ ਹੀ ਕਰ ਦੇਣ ਨਾ ਵੀ ਤੁਰਕਾਂ ਦਾ ਰਾਜ ਨਸ਼ਟ ਹੋ ਜਾਵੇ, ਤਾਂ ਝਾਟੀ ਹੋ ਜਾਵੇਗਾ। ਜਥਾ ਬੱਜਰ ਗਿਰ ਜੋਤ ਤਰ ਘਾਸ, ਆ ਜਿਵੇਂ ਕਹਿੰਦੇ ਬਿਜਲੀ ਭਾਵੇਂ ਘਾਹ ਤੇ ਡਿੱਗੇ, ਪਹਾੜ ਤੇ ਜਿੱਥੇ ਡਿੱਗਦੀ ਆ ਉੱਥੇ ਸਭ ਨਾਸ਼ ਕਰ ਦਿੰਦੀ, ਜਾਂ ਬੱਜਰ ਪੱਥਰ ਵੱਡੇ ਜਿੱਥੇ ਡਿੱਗਣ ਉੱਥੇ ਸਭ ਮਲੀਆ ਮੇਟ ਹੋ ਜਾਂਦਾ ਹੈ। ਇਸ ਤਰ੍ਹਾਂ ਬਚਨ ਹਨ ਮਹਾਰਾਜ ਦੇ। ਮਹਾ ਤਾਣ ਜੁਤ ਭਏ ਨਿਤਾਣੇ, ਕਹਿੰਦੇ ਬਹੁਤ ਵੱਡੀ ਤਾਕਤ ਦੇ ਸਮੇਤ ਨੇ ਗੁਰੂ ਤੇਗ ਬਹਾਦਰ ਸਾਹਿਬ, ਪਰ ਪਤਾ ਨਹੀਂ ਵੀ ਕੀ ਮਹਾਰਾਜ ਸਾਹਿਬ ਜੀ ਕੌਤਕ ਕਰਨ ਵਾਸਤੇ ਨਤਾਣਿਆਂ ਵਾਂਗ ਬਣੇ ਹੋਏ ਹਨ। ਕਾਰਨ ਕੌਣ ਸਕਹਿ ਨਹਿ ਜਾਣੇ, ਕਾਰਨ ਕੌਣ, ਇਹਦੇ ਵਿੱਚ ਕੀ ਕਾਰਨ ਹੈ? ਸਿੱਖ ਕਹਿੰਦੇ ਕੋਈ ਜਾਣ ਨਹੀਂ ਸਕਦਾ, ਸਾਡੀ ਇੰਨੀ ਕਿੱਥੇ ਸਮਰੱਥਾ ਹੈ ਵੀ ਮਹਾਰਾਜ ਕੀ ਕਰਨਾ ਚਾਹੁੰਦੇ ਨੇ। ਸਭ ਛਿਤ ਮਹਿ ਸਿਮਰੇ ਜਹ ਕਹਾਂ, ਸਭ ਧਰਤੀ ਤੇ ਜਿੱਥੇ ਵੀ ਮਹਾਰਾਜ ਨੂੰ ਕੋਈ ਯਾਦ ਕਰਦਾ ਹੈ, ਪਹੁੰਚੇ ਹੋਏ ਸਹਾਇਕ ਮਹਾ, ਮਹਾਰਾਜ ਉੱਥੇ ਪਹੁੰਚ ਕੇ ਵੱਡੇ ਸਹਾਇਕ ਹੁੰਦੇ ਹਨ। ਇਹ ਗੱਲ ਸੁਣੀ ਪਿੱਖੀ ਸਭ ਜਾਏ, ਇਹ ਗੱਲ ਅਸੀਂ ਕਹਿੰਦੇ ਮਹਾਰਾਜ ਦੀ ਅਵਸਥਾ ਸੁਣੀ ਵੀ ਹੈ, ਤੇ ਮਹਾਰਾਜ ਸਾਹਿਬ ਜੀ ਦੀ ਅਵਸਥਾ ਅੱਖਾਂ ਦੇ ਨਾਲ ਵੇਖੀ ਵੀ ਹੈ। ਇਹ ਗੱਲ ਸੁਣਨ ਵੇਖਣ ਦੇ ਵਿੱਚ ਪ੍ਰਗਟ ਹੀ ਆਉਂਦੀ ਹੈ
ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਵੀ ਕੋਈ ਯਾਦ ਕਰੇ ਉੱਥੇ ਹੀ ਸਹਾਈ ਹੋ ਜਾਂਦੇ ਹਨ। ਕੈਦ ਪਰਨ ਗਤ ਲਖੀ ਨ ਜਾਏ। ਪਰ ਆ ਜੋ ਕੈਦ ਵਿੱਚ ਪੈਣ ਵਾਲੀ ਜਿਹੜੀ ਹਾਲਤ ਹੈ ਨਾ ਮਹਾਰਾਜ ਸਾਹਿਬ ਜੀ ਦੀ, ਇਹ ਜਾਣੀ ਨਹੀਂ ਜਾਂਦੀ, ਸਮਝ ਨਹੀਂ ਪੈਂਦੀ ਵੀ ਕਿਉਂ ਕੈਦ ਵਿੱਚ ਪਏ ਹਨ। ਸਭ ਘਟ ਘਟ ਕੇ ਜਾਣਨ ਹਾਰੇ। ਬਾਕੀ ਸਭ ਘਟਾਂ ਦੇ ਜਾਣਨਹਾਰ ਨੇ। ਗੁਰੂ ਤੇਗ ਬਹਾਦਰ ਸਾਹਿਬ ਹਰ ਇੱਕ ਦੇ ਅੰਦਰ ਦੀ ਗੱਲ ਸਮਝਦੇ ਬੁੱਝਦੇ ਹਨ। ਛਿਨ ਮਹਿ ਲਾਖੋਂ ਕੋਸ ਪਧਾਰੇ। ਇੱਕ ਛਿਣ ਸਮੇਂ ਜੀ ਲੱਖਾਂ ਕੋ ਮਹਾਰਾਜ ਚਲੇ ਜਾਂਦੇ ਇੱਕ ਥਾਂ ਤੋਂ ਦੂਜੀ ਥਾਂ। ਇਤੇ ਆਦਿਕ ਅਜ਼ਮਤ ਕੋ ਇਹ ਤੇ ਧਾਰੇ। ਆਦਿਕ ਹੋਰ ਪਤਾ ਨਹੀਂ ਕਿੰਨੀਆਂ ਕੁ ਸ਼ਕਤੀਆਂ ਮਹਾਰਾਜ ਦੇ ਵਿੱਚ ਹਨ। ਛਪੀ ਨਹੀਂ ਬਿਦਤੀ ਜਗ ਸਾਰੇ। ਸਿੱਖ ਦਿੱਲੀ ਦੇ ਵੇਖ ਕੇ ਮਹਾਰਾਜ ਨੂੰ ਜਦੋਂ ਸਿੱਖ ਦੇ ਘਰੋਂ ਨਿਕਲੇ ਆਪਸ ਵਿੱਚ ਗੱਲਾਂ ਕਰਦੇ ਆ ਵੀ ਇਹ ਗੱਲ ਕਿਸੇ ਕੋ ਛਿਪੀ ਤਾਂ ਹੈ ਨਹੀਂ ਹੈ ਜਿੰਨੀ ਮਹਾਰਾਜ ਵਿੱਚ ਅਜਮਤ ਸ਼ਕਤੀ ਹੈ। ਤਾਉ ਕਸ਼ਟ ਕੋ ਸਹਿ ਸਰੀਰ। ਪਰ ਫਿਰ ਵੀ ਮਹਾਰਾਜ ਆਪਣੇ ਸਰੀਰ ਤੇ ਕਸ਼ਟ ਚੱਲ ਰਹੇ ਆ, ਦੁੱਖ ਚੱਲ ਰਹੇ ਹਨ ਕੈਦਖਾਨੇ 'ਚ ਪੈ ਕੇ। ਜਾਣੀ ਜਾਏ ਨਾ ਕਿਉਂ ਧਰ ਧੀਰ। ਸਾਡੇ ਕੋਲ ਤੇ ਗੱਲ ਜਾਣੀ ਨਹੀਂ ਜਾਂਦੀ ਵੀ ਇੰਨੀ ਧੀਰਜ ਮਹਾਰਾਜ ਨੇ ਕਿਉਂ ਧਾਰੀ ਹੋਈ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ। ਮਿਲੇ ਪਰਸ ਪਰ ਸਿੱਖ ਇਮਕਾਨ। ਇਹ ਸਿੱਖ ਦਿੱਲੀ ਦੇ ਆਪਸ ਵਿੱਚ ਮਿਲ ਮਿਲ ਕੇ ਵਚਨ ਕਰਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਸਮਰੱਥ ਨੇ ਪਰ ਪਤਾ ਨਹੀਂ ਕਿਉਂ ਕੈਦ ਵਿੱਚ ਪਏ, ਕੀ ਕਰਨਾ ਚਾਹੁੰਦੇ ਨੇ। ਪੂਰਨ ਗੁਰੂ ਭੇਦ ਕਿਮ ਲਾਣਾ। ਕਹਿੰਦੇ ਵੀ ਗੁਰੂ ਸਾਹਿਬ ਤਾਂ ਪੂਰਨ ਰੱਬ ਦਾ ਰੂਪ ਹੈ, ਅਸੀਂ ਕਿਵੇਂ ਭੇਦ ਜਾਣ ਸਕਦੇ ਹਾਂ ਮਹਾਰਾਜ ਦਾ। ਹੁਣ ਸਤ ਗੁਰ ਕਾ ਰਾਗ੍ਰਹਿ ਆਏ। ਇਹਦਾ ਮਹਾਰਾਜ ਸਿੱਖ ਦੇ ਘਰ ਭੋਜਨ ਛਕ ਕੇ ਵਾਪਸ ਕਾਰਾਗ੍ਰਹਿ ਵਿੱਚ ਕੋਤਵਾਲੀ ਵਿੱਚ ਆ ਗਏ। ਪੂਰਬ ਸਮ ਬੈਠੇ ਤਿਸ ਤੇ ਥਾਏ। ਜਿਵੇਂ ਪਹਿਲਾਂ ਮਹਾਰਾਜ ਬੈਠੇ ਸਨ ਉਸੇ ਤਰ੍ਹਾਂ ਹੀ ਉੱਥੇ ਬੈਠ ਗਏ ਆਣ ਕਰਕੇ। ਦੋਹਰਾ ਸਿੱਖ ਕੇ ਘਰ ਭੋਜਨ ਅਚਿਓ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਸਿੱਖ ਦੇ ਘਰ ਭੋਜਨ ਛਕਿਆ ਆ ਕੇ ਦਿਨ ਦੇ ਪਹਿਲੇ ਪਹਿਰ ਦੇ ਚੜਾਓ ਨਾਲ, ਨਿਕਸੇ ਜਬ ਤਿਸ ਦੁਆਰ। ਤੇ ਕਵੀ ਜੀ ਕਹਿੰਦੇ ਜਦੋਂ ਮਹਾਰਾਜ ਉਹ ਸਿੱਖ ਦੇ ਘਰ ਦੇ ਦਰਵਾਜ਼ੇ ਤੋਂ ਬਾਹਰ ਹੀ ਨਿਕਲੇ ਸਨ ਨਾ ਭੋਜਨ ਛਕ ਕੇ, ਦੇਖੇ ਮੁਲਾਨੇ ਤਬ ਤਹਾਂ। ਤਦੋਂ ਉੱਥੇ ਬਾਦਸ਼ਾਹ ਔਰੰਗਜ਼ੇਬ ਕੋਲ ਰੋਜ਼ ਹੀ ਰਹਿਣ ਬਹਿਣ ਵਾਲਾ ਇੱਕ ਮੌਲਾਨਾ ਸੀ। ਮੌਲਾਨਾ ਜਿਹੜਾ ਬੱਚਿਆਂ ਨੂੰ ਪੜ੍ਹਾਉਂਦਾ ਹੈ ਮਸਜਿਦ ਦੇ ਵਿੱਚ, ਜੋ ਮਾਇਨੇ ਪਕਾਉਂਦਾ ਹੈ, ਜੋ ਸਲਾਮ ਦੀ ਤਾਲੀਮ ਦਿੰਦਾ, ਉਹ ਮੌਲਾਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਨਿਕਲਦਿਆਂ ਹੋਇਆਂ ਵੇਖ ਲਿਆ। ਜਰ ਪਰ ਹੋਏ ਗੋਸ਼ਾਰ। ਬਸ ਵੇਖਣ ਦੀ ਦੇਰ ਸੀ, ਜਲ ਬਲ ਕੇ ਬਿਨਾਂ ਅੱਗ ਤੋਂ ਕਹਿੰਦੇ ਸੁਆਹ ਹੋ ਗਿਆ ਈਰਖਾ ਦੀ ਅੱਗ ਨਾਲ। ਚੌਪਈ ਨਰ ਸੰਗੀ ਥੇ ਤਿੰਨ ਪੁਸ਼ਵਾਇਓ। ਉਹਦੇ ਨਰ ਸੰਗੀ ਥੇ ਤਿੰਨ ਪੁਸ਼ਵਾਇਓ। ਜਿਹੜੇ ਕੁਝ ਮਹਾਰਾਜ ਦੇ ਮਗਰ ਮਗਰ ਸਿੱਖ ਜਾ ਰਹੇ ਸਨ, ਉਹਨਾਂ ਸਿੱਖਾਂ ਦੇ ਕੋਲੋਂ ਆਪਣੇ ਜਿਹੜੇ ਕੋਈ ਨਾਲ ਦੇ ਸਾਥੀ ਸਨ ਮੌਲਾਣੇ ਦੇ ਨੇ, ਉਹਨਾਂ ਦੇ ਰਾਹੀਂ ਪੁੱਛ ਕੇ ਆਓ ਵੀ ਆ ਸਾਰੀ ਗੱਲਬਾਤ ਕੀ ਹੋ ਰਹੀ ਹੈ। ਇਨਕੇ ਘਰ ਕੈਸੇ ਕਰ ਆਇਓ। ਵੀ ਗੁਰੂ ਤੇਗ ਬਹਾਦਰ ਸਾਹਿਬ ਆ ਜਿਹੜਾ ਸਿੱਖ ਹੈ ਇਹਦੇ ਘਰ ਦੇ ਵਿੱਚ ਕਿਵੇਂ ਆਏ ਹਨ, ਪੁੱਛ ਕੇ ਆਓ ਸਾਰੀ ਗੱਲ। ਨਹੁ ਤਹਾਂ ਸੋਕੀਨ ਬਤਾਵਨ। ਤੇ ਕਿਸੇ ਨੇ ਉੱਥੇ ਜਿਹਨੇ ਸਾਰੀ ਗੱਲ ਜਾਣਦਾ ਸੀ ਉਸ ਮੌਲਾਣੇ ਦੇ ਸਾਥੀਆਂ ਨੂੰ ਗੱਲ ਦੱਸੀ ਖੋਲ ਕੇ ਸਾਰੀ। ਇਸਕੇ ਘਰ ਭੋਜਨ ਕੀ ਖਾਵਨ। ਕਹਿਣ ਲੱਗੇ ਵੀ ਹੋਰ ਕੀ ਗੱਲ ਸੀ, ਇਹ ਜਿਹੜਾ ਗੁਰਸਿੱਖ ਹੈ ਨਾ ਜਿਹੜਾ ਸਾਹਮਣੇ ਘਰ ਤੁਸੀਂ ਵੇਖਦੇ, ਇਹਦੇ ਘਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੋਜਨ ਛਕਿਆ ਅੱਜ। ਆਪਣੋ ਸਿੱਖ ਜਾਣ ਕਰ ਭਾਵ। ਆਪਣਾ ਸਿੱਖ ਜਾਣ ਕੇ, ਸਿੱਖ ਦੀ ਭਾਵਨਾ ਪ੍ਰੇਮ ਜਾਣ ਕਰਕੇ ਅਚਿਓ ਹਾਰ ਹਿਰਦੇ ਹਰ ਖਾ। ਮਹਾਰਾਜ ਨੇ ਖੁਸ਼ ਹੋ ਕੇ ਦਿਲ ਵਿੱਚ ਇਸ ਸਿੱਖ ਦੇ ਘਰੇ ਆ ਕੇ ਭੋਜਨ ਛਕਿਆ। ਹੋਰ ਕੀ ਕਾਰਨ ਹੈ ਮਹਾਰਾਜ ਦੇ ਆਉਣ ਦਾ, ਬਸ ਪ੍ਰਸ਼ਾਦਾ ਹੀ ਛਕਣ ਆਏ ਸਨ। ਮਤ ਸਰ ਅਗਨ ਮੁਲਾਨੇ ਮਨ ਮੈਂ। ਜਦੋਂ ਮੌਲਾਣੇ ਨੂੰ ਇਹ ਗੱਲ ਪਤਾ ਲੱਗੀ, ਜਿਹਦੇ ਮਨ ਦੇ ਵਿੱਚ ਈਰਖਾ ਦੀ ਅੱਗ ਬਲ ਰਹੀ ਸੀ, ਭਾਂਬੜੀ ਮੱਚ ਰਹੇ ਸਨ। ਈਰਖਾ ਦੀ ਅੱਗ ਇਹੋ ਜਿਹੀ ਹੈ ਵੀ ਇਹ ਬਲਦੀ ਨਹੀਂ ਦਿਖਦੀ ਹੁੰਦੀ, ਪਰ ਜਿਹਦੇ ਅੰਦਰ ਹੁੰਦੀ ਹੈ ਨਾ ਉਹ ਬੰਦੇ ਨੂੰ ਦੁਖੀ ਕਰਕੇ ਰੱਖਦੀ ਹੈ। ਮੌਲਾਣਾ ਈਰਖਾ ਦੀ ਅੱਗ ਸੜ ਰਿਹਾ ਹੈ। ਜਰ ਪਰ ਭਇਓ ਭਸਮ ਤਿਸ ਛਿਨ ਮੈਂ। ਤੇ ਕਵੀ ਜੀ ਕਹਿੰਦੇ ਈਰਖਾ ਦੀ ਅੱਗ ਦੇ ਵਿੱਚ ਜਲ ਬਲ ਕੇ ਭਸਮ ਹੋ ਗਿਆ। ਹੁਣ ਪ੍ਰਤੱਖ ਅੱਗ ਨਾਲ ਸੜਿਆ ਸਵਾਹ ਹੁੰਦਾ, ਇੱਥੇ ਭਸਮ ਹੋ ਗਿਆ ਵੀ ਮਹਾਰਾਜ ਸਾਹਿਬ ਜੀ ਦੀ ਇਹ ਵਡਿਆਈ ਵੇਖ ਕੇ ਤੇ ਕੋ ਸਹਾਰੀ ਨਾ ਗਈ। ਜਬ ਲਗ ਤੁਰਕ ਬਨੇ ਇਹ ਨਾਹੀ। ਤੇ ਏਦਾਂ ਕਹਿਣ ਲੱਗ ਪਿਆ ਵੀ ਜਿੰਨਾ ਚਿਰ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਨਾ ਮੁਸਲਮਾਨ ਬਣਦੇ, ਮਹਿਮਾਨ ਨਹੀਂ ਹਿੰਦੂ
ਹਿੰਦੂ ਮਨ ਮਾਹੀ। ਕਹਿੰਦੇ ਵੀ ਹਿੰਦੂਆਂ ਨੇ ਕਿੱਥੇ ਆਪਣੇ ਮਨ 'ਚ ਮੁਸਲਮਾਨ ਬਣਨਾ ਮੰਨਣਾ ਹੈ, ਕਿਉਂਕਿ ਇਹਨਾਂ ਦੇ ਮਗਰ ਹੀ ਸਾਰੇ ਲੱਗੇ ਹੋਏ ਨੇ। ਹਿੰਦਵਾਨ ਕੋ ਮੂਲ ਇਹੀ ਸਭ ਹੈ। ਹਿੰਦੂ ਧਰਮ ਦੀਆਂ ਜੜ੍ਹਾਂ ਮੋਢੇ ਗੁਰੂ ਤੇਗ ਬਹਾਦਰ ਸਾਹਿਬ ਹੀ ਬਣੇ ਹੋਏ ਨੇ। ਜਿੰਨਾ ਚਿਰ ਕਿਸੇ ਰੁੱਖ ਦੀਆਂ ਜੜ੍ਹਾਂ ਨਹੀਂ ਨਾ ਪੁੱਟਦੇ, ਰੁੱਖ ਕਿਵੇਂ ਸੁੱਕੂਗਾ। ਉਹ ਕਹਿੰਦਾ ਵੀ ਇਹ ਤਾਂ ਇਦਾਂ, ਜਿੰਨਾ ਚਿਰ ਗੁਰੂ ਤੇਗ ਬਹਾਦਰ ਸਾਹਿਬ ਤੇ ਜ਼ੋਰ ਨਹੀਂ ਪਾਉਂਦਾ ਬਾਦਸ਼ਾਹ ਇਹਨਾਂ ਨੂੰ ਮੁਸਲਮਾਨ ਕਰ ਨਹੀਂ ਲੈਂਦਾ, ਉਹਨਾਂ ਚਿਰ ਹਿੰਦੂ ਕਿਵੇਂ ਬਾਕੀ ਮੁਸਲਮਾਨ ਬਣਨਗੇ। ਅਬ ਨਿਸ਼ਚੈ ਭੀ ਬਾਤ ਸਹੀ ਹੈ। ਇਹ ਗੱਲ ਕਹਿੰਦਾ ਵੀ ਹੁਣ ਬਿਲਕੁਲ ਨਿਸ਼ਚੈ ਹੋ ਗਈ ਹੈ, ਸਹੀ ਗੱਲ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜਿੰਨਾ ਚਿਰ ਇਸਲਾਮ ਨਹੀਂ ਕਬੂਲਦੇ ਬਾਕੀ ਵੀ ਨਹੀਂ ਕੋਈ ਆਵੇਗਾ। ਦੁਸ਼ਟ ਗਿਨਤ ਇਮ ਹਿਰਦੇ ਮਝਾਰ। ਇਸ ਤਰ੍ਹਾਂ ਦੁਸ਼ਟ ਮਲਾਣਾ ਹਿਰਦੇ ਦੇ ਵਿੱਚ ਪੁੱਠੀਆਂ ਸਿੱਧੀਆਂ ਸੋਚਾਂ ਸੋਚ ਰਿਹਾ ਹੈ। ਪੰਚੋ ਨੌ ਰੰਗ ਕੇ ਦਰਬਾਰ। ਉਸੇ ਵੇਲੇ ਵਾਹੋ ਦਾਈ ਸਾਹੋ ਸਾਈ ਹੋਇਆ, ਪੈਰ ਪੁੱਟਦਾ ਔਰੰਗਜ਼ੇਬ ਦੀ ਕਚਹਿਰੀ ਵਿੱਚ ਜਾ ਪਹੁੰਚਾ। ਸ੍ਰੀ ਗੁਰੂ ਤੇਗ ਬਹਾਦਰ ਗਏ। ਕਹਿਣ ਲੱਗਾ, ਇਹ ਬਾਦਸ਼ਾਹ ਔਰੰਗਜ਼ੇਬ ਜੀ, ਜਿਸ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੂੰ ਫੜਿਆ ਹੈ ਨਾ, ਕੈਦ ਵਿੱਚ ਪਾਇਆ ਹੋਇਆ ਏ, ਤੁਮ ਜੋ ਕਰਨ ਮਨੋਰਥ ਤੇ ਚਾਹਿਓ। ਉਹਨਾਂ ਨੂੰ ਕੈਦ ਵਿੱਚ ਪਾ ਕੇ ਜਿਹੜਾ ਤੂੰ ਮਨ ਵਿੱਚ ਮਨੋਰਥ ਕਰਨਾ ਚਾਹੁੰਦਾ ਹੈ ਨਾ ਵੀ ਮੁਸਲਮਾਨ ਬਣਾ ਲਾਂ ਸਾਰੇ ਹਿੰਦੂਆਂ ਨੂੰ ਉਹਨਾਂ ਦੇ ਸਮੇਤ, ਤਿਸ ਕੋ ਮੂਲ ਜਾਣੀਐ ਅੱਛੇ। ਇਹ ਮੇਰੀ ਗੱਲ ਹੈ ਬਾਦਸ਼ਾਹ ਸੁਣ ਲੈ ਵੀ ਉਹਨਾਂ ਸਾਰਿਆਂ ਦਾ ਜਿਹੜਾ ਮੂਲ ਮੁੱਢ ਹੈ ਨਾ, ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੀ ਜਾਣਨਾ ਕਰੋ। ਬਨੇ ਤੁਰਕ ਇਸ ਸਭ ਹੋਏ ਪਾਛੇ। ਜੇ ਇਹਨਾਂ ਨੂੰ ਤੂੰ ਪੁੱਟ ਲੇਗਾ ਨਾ, ਜੜ੍ਹਾਂ ਪੁੱਟ ਲੇਗਾ, ਜੇ ਮੁੱਢ ਪੁੱਟ ਲੇਗਾ, ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲੇਗਾ, ਤੇ ਮਗਰੋਂ ਬਾਕੀ ਵੀ ਹਿੰਦੁਸਤਾਨ ਦੇ ਲੋਕ ਮੁਸਲਮਾਨ ਪਿੱਛੋਂ ਬਣਨਗੇ। ਲੱਖੋਂ ਨਰ ਤਿਸ ਕੇ ਅਨੁਸਾਰ। ਲੱਖਾਂ ਹੀ ਲੋਕ ਗੁਰੂ ਤੇਗ ਬਹਾਦਰ ਸਾਹਿਬ ਦੇ ਅਨੁਸਾਰ ਹੀ ਚੱਲਦੇ ਹਨ। ਪੂਜਹਿ ਆਏ ਸਮਾਨ ਉਦਾਰ। ਪੂਜਾ ਕਰਦੇ ਨੇ, ਆਗਿਆ ਮੰਨਦੇ ਨੇ, ਤੇ ਪ੍ਰਗਟ ਹੀ ਮਹਾਰਾਜ ਸਾਹਿਬ ਦਾ ਮਾਣ ਸਤਿਕਾਰ ਕਰਦੇ ਨੇ ਬਹੁਤ ਹੀ। ਅਬ ਤਿਸ ਕੀ ਜੈ ਤਕਰਾਈ। ਤੇ ਮੈਂ ਤੁਹਾਨੂੰ ਇਹ ਬਾਦਸ਼ਾਹ ਜੀ ਦੱਸ ਦਿੰਦਾ ਵੀ ਤੁਸੀਂ ਢਿੱਲੇ ਹੋ ਹਾਲਾਂ। ਉਹ ਕਹਿਣ ਲੱਗਾ, ਢਿੱਲੇ ਕਿਉਂ ਹੈ? ਕਹਿੰਦੇ ਵੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਤਕੜਾਈ ਕਰੋ, ਉਹਨਾਂ ਦੇ ਦੁਆਲੇ ਸਖਤ ਪਹਿਰਾ ਦੇਣਾ ਕਰੋ। ਵਹਿਰ ਕੈਦ ਤੇ ਹਵੇ ਨ ਕੁਦਾਈ। ਆ ਕਹਿੰਦੇ ਵੀ ਆ ਜਿਹੜਾ ਕੰਮ ਹੈ ਨਾ, ਮੌਲਾਨਾ ਕਹਿੰਦਾ ਔਰੰਗਜ਼ੇਬ ਨੂੰ ਵੀ ਕੈਦ ਵਿੱਚੋਂ ਕਦੀ ਬਾਹਰ ਚਲੇ ਗਏ, ਕਦੀ ਵਿੱਚ ਆ ਗਏ, ਇਹਦੇ ਨਾਲ ਉਹਨਾਂ ਨੂੰ ਕੀ ਫਰਕ ਪਊਗਾ। ਤਕੜਾਈ ਐਸੀ ਕਰੋ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦਖਾਨੇ ਚੋਂ ਬਾਹਰ ਆਉਣ ਦੀ ਆਗਿਆ ਨਾ ਹੋਵੇ। ਅਬ ਸਿੱਖਿਆਨ ਕੇ ਘਰ ਚਲ ਜਾਏ। ਔਰੰਗਜ਼ੇਬ ਪੁੱਛਣ ਲੱਗਾ ਵੀ ਮੌਲਾਣੇ ਨੂੰ ਵੀ ਤੁਸੀਂ ਇਹ ਕਿਵੇਂ ਕਹਿ ਰਹੇ ਹੋ ਬਾਹਰ ਆਉਣ ਦਾ, ਇਹ ਮੈਂ ਮਤਲਬ ਸਮਝਿਆ ਨਹੀਂ। ਤਾਂ ਮੌਲਾਨਾ ਕਹਿੰਦਾ, ਹੇ ਬਾਦਸ਼ਾਹ ਤੁਹਾਨੂੰ ਪਤਾ ਨਹੀਂ, ਮੈਂ ਤੇ ਆਖਿਆ ਵੀ ਤੁਹਾਡੀ ਆਗਿਆ ਨਾਲ ਹੀ ਸਭ ਕੁਝ ਚੱਲ ਰਿਹਾ ਹੋਣਾ। ਅੱਜ ਦੀ ਹੁਣ ਦੀ ਹੀ ਗੱਲ ਹੈ ਵੀ ਦਿੱਲੀ ਵਿੱਚ ਇੱਕ ਸਿੱਖ ਦੇ ਘਰੇ ਗੁਰੂ ਤੇਗ ਬਹਾਦਰ ਸਾਹਿਬ ਗਏ ਸਨ ਸਵੇਰੇ। ਕਰ ਆਦਰ ਸੋ ਅਸਨ ਅਚਾਏ। ਉਹ ਸਿੱਖ ਜਿਹੜੇ ਹਨ, ਸਿੱਖਾਂ ਦੇ ਘਰ ਵਿੱਚ ਮਹਾਰਾਜ ਚਲੇ ਜਾਂਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਦਰ ਸਤਿਕਾਰ ਕਰਕੇ ਜਿਹੜੇ ਸਿੱਖ ਹਨ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੋਜਨ ਛਕਾਉਂਦੇ ਨੇ ਤੇ ਮਹਾਰਾਜ ਛਕਦੇ ਹਨ। ਲੋਕ ਵਹਿਰ ਕੇ ਮਿਲਤ ਜਿਰਾ ਹੈ। ਆ ਵੇਖੋ, ਲੋਕ ਵਹਿਰ ਕੇ ਮਿਲਤ ਜੇ ਰਹਿ। ਮੌਲਾਨਾ ਕਹਿੰਦਾ, ਬਾਦਸ਼ਾਹ ਜੀ, ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਹਰ ਦੇ ਲੋਕ ਮਿਲਦੇ ਗਿਲਦੇ ਰਹੇ, ਜੇ ਇਸੇ ਤਰ੍ਹਾਂ ਉਹਨਾਂ ਨਾਲ ਮੇਲ ਗੇਲ ਖੁੱਲਾ ਹੁੰਦਾ ਰਿਹਾ, ਕੈਦ ਵਿਖੈ ਤੋ ਕਿਮ ਦੁਖ ਲਹੈ। ਦੱਸੋ ਫਿਰ ਕੈਦ ਵਿੱਚ ਪੈਣ ਦਾ ਦੁੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਵੇਂ ਲੈਣਗੇ। ਕੈਦ ਵਿੱਚ ਪੈਣ ਦਾ ਮਤਲਬ ਤੇ ਇਹ ਹੈ ਵੀ ਉਹਨਾਂ ਨੂੰ ਕਿਸੇ ਨਾਲ ਮਿਲਣ ਗਿਲਣ ਨਹੀਂ ਨਾ ਦਿੱਤਾ ਜਾਵੇ, ਦੁਖੀ ਹੋ ਜਾਣ ਇਕੱਲੇ ਬੈਠੇ ਹੀ। ਉਹ ਤਾਂ ਬਾਹਰ ਆਉਂਦੇ ਨੇ, ਲੋਕਾਂ ਨਾਲ ਮਿਲਦੇ ਗਿਲਦੇ ਆ, ਸਿੱਖਾਂ ਦੇ ਘਰੇ ਜਾ ਕੇ ਭੋਜਨ ਪ੍ਰਸ਼ਾਦਾ ਛਕਦੇ ਹਨ। ਦੱਸੋ ਕੈਦ ਦਾ ਦੁੱਖ ਕਿਵੇਂ ਮਹਾਰਾਜ ਨੂੰ ਹੋਵੇਗਾ। ਮਿਲਹਿ ਨ ਨਰ ਬਾਹਰ ਕੋ ਜਾਏ। ਜਿੰਨਾ ਚਿਰ ਬਾਹਰ ਦੇ ਮਨੁੱਖਾਂ ਦੇ ਨਾਲ ਜਾਂ ਬਾਹਰੋਂ ਕੋਈ ਬੰਦਾ ਗੁਰੂ ਸਾਹਿਬ ਕੋ ਜਾ ਕੇ ਮੁਲਾਕਾਤ ਨਾ ਕਰੇ, ਮੇਲ ਮਨਾਪ ਨਾ ਕਰੇ, ਜੇ ਸੋਨਹਿ ਨਿਕਸਹਿ ਰਹਿ ਇਕ ਥਾਏ। ਇਸ ਤਰ੍ਹਾਂ ਦਾ ਇਹ ਬਾਦਸ਼ਾਹ ਤੂੰ ਹੁਕਮ ਕਰ, ਮਿਲੇ ਨਾ ਨਰ ਬਾਹਰ ਕੋ ਜਾਏ, ਬਾਹਰ ਦੇ ਬੰਦੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾ ਮਿਲਣ, ਤੇ ਗੁਰੂ ਤੇਗ ਬਹਾਦਰ ਜਿਹੜੇ ਹਨ ਉਹ ਵੀ ਇੱਕ ਥਾਂ ਦੇ ਕੈਦ ਰਹਿਣ, ਕੈਦ ਵਿੱਚੋਂ ਬਾਹਰ ਨਿਕਲ ਕੇ ਆ ਕੇ ਕਿਸੇ ਨੂੰ ਨਾ ਮਿਲਣ ਗਿਲਣ। ਕਾਰਾਗ੍ਰਹਿ ਮਹਿ ਤਬ ਦੁਖ ਪਾਏ। ਕਾਰਾਗ੍ਰਹਿ ਦਾ ਦੁੱਖ ਤਾਂ ਹੀ ਉਹਨਾਂ ਨੂੰ ਪ੍ਰਾਪਤ ਹੋਵੇਗਾ, ਫੇਰ ਹੀ ਪਤਾ ਲੱਗੂ ਨਾ ਵੀ ਠਾਣੇ ਬੈਠੇ ਆ, ਕੈਦ ਵਿੱਚ ਬੈਠੇ ਆ। ਜੇ ਰੋਜ਼ ਹੀ ਕੋਈ ਨਾ ਕੋਈ ਉਹਨਾਂ ਨੂੰ ਮਿਲ ਪਿਆ, ਕਦੀ ਉਹ ਉੱਥੋਂ ਨਿਕਲ ਕੇ ਬਾਹਰ ਜਾ ਕੇ ਸਿੱਖਾਂ ਦੇ ਘਰੋਂ ਭੋਜਨ ਛਕ ਆਏ, ਫਿਰ ਉਹਨਾਂ ਦੀ ਸਿਹਤ ਤੇ ਬਾਦਸ਼ਾਹ ਕੀ ਅਸਰ ਹੋਇਆ। ਮਿਲਹਿ ਨ
ਕੋ ਬੈਠੇ ਮੁਰਝਾਏ। ਜਦੋਂ ਕੋਈ ਵੀ ਮੇਰੇ ਗਿਲੇਗਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਕੱਲੇ ਕਾਰੇ ਬੈਠੇ ਹੋਏ ਮੁਰਝਾ ਜਾਣਗੇ, ਦੁਖੀ ਹੋ ਜਾਣਗੇ। ਸਭ ਦਿਸ਼ ਤੇ ਨਿਰਾਸ ਜਬ ਹੋਏ। ਜਦੋਂ ਸਭ ਪਾਸਿਆਂ ਤੋਂ ਨਿਰਾਸ਼ ਹੋ ਜਾਣਗੇ, ਕੱਲੇ ਬੈਠਿਆਂ ਹੋਇਆਂ ਦੁੱਖ ਮਨ ਨੂੰ ਮੰਨਣਗੇ ਵੀ ਨਾ ਕੋਈ ਸਾਨੂੰ ਮਿਲਣ ਆਉਂਦਾ ਹੈ ਤੇ ਨਾ ਹੀ ਸਾਨੂੰ ਬਾਹਰ ਜਾਣ ਦਿੱਤਾ ਜਾਂਦਾ ਹੈ। ਕਹਿਓ ਤੁਮਾਰੋ ਮਾਨਹਿ ਸੋਏ। ਤੇ ਇਹ ਰੰਗ ਜੇ ਫੇਰ ਤੇਰਾ ਕਿਆ ਹੋਇਆ ਉਹ ਮੰਨਣਗੇ। ਜਿਵੇਂ ਤੂੰ ਕਹਿਣਾ ਨਾ ਵੀ ਮੁਸਲਮਾਨ ਬਣ ਜੋ, ਉਹ ਮੁਸਲਮਾਨ ਤਾਂ ਬਣਨਗੇ ਜੇ ਉਹਨਾਂ ਤੇ ਤੂੰ ਤਕੜਾਈ ਕਰੇਗਾ, ਬਾਹਰ ਅੰਦਰ ਉਹਨਾਂ ਦਾ ਜਾਣਾ ਜੇ ਬੰਦ ਕਰੇਗਾ। ਸੁਨਨੋ ਰੰਗ ਮਨ ਰਿਸਿਓ ਕਨੇਰਾ। ਮੁਲਾਣੇ ਕੋ ਇਹ ਗੱਲ ਸੁਣ ਕੇ ਉਹ ਰੰਗਜੇਬ ਬਾਦਸ਼ਾਹ ਬਹੁਤ ਹੀ ਗੁੱਸੇ ਵਿੱਚ ਆ ਗਿਆ। ਕਿਸਕੇ ਹੁਕਮ ਕਰੇ ਪੁਰ ਫੇਰਾ। ਕਹਿਣ ਲੱਗਾ ਵੀ ਮੈਂ ਤਾਂ ਕੋਈ ਆਗਿਆ ਨਹੀਂ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੈਦ ਵਿੱਚੋਂ ਬਾਹਰ ਅੰਦਰ ਆਉਣ ਜਾਣ ਦੀ। ਇਹ ਕਿਹਦੇ ਹੁਕਮ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਸ਼ਹਿਰ ਦੇ ਵਿੱਚ ਫੇਰਾ ਕਰਦੇ ਆ, ਘਰਾਂ ਵਿੱਚ ਜਾਂਦੇ ਨੇ ਸਿੱਖਾਂ ਦੇ। ਜਮਾਦਾਰ ਕੋ ਲੇਹੋ ਬੁਲਾਏ। ਉਸ ਵੇਲੇ ਕਹਿੰਦੇ ਵੀ ਜਮਾਦਾਰ ਜਿਹੜਾ ਕੋਤਵਾਲੀ ਆ ਨਾ, ਦਰੋਗਾ, ਉਹਨੂੰ ਤਲਬ ਕਰੋ। ਕਹਿੰਦੇ ਲੈ ਕੇ ਉਹ ਪੁੱਛਦੇ ਆ ਵੀ ਕਿਹਨੂੰ ਪੁੱਛ ਕੇ ਗੁਰੂ ਸਾਹਿਬ ਨੂੰ ਕੈਦ ਵਿੱਚੋਂ ਜਾਣ ਦਿੰਨਾ ਬਾਹਰ। ਇਸ ਕੋ ਗੁਨਾਹ ਦੇਹੋ ਸਜ਼ਾ। ਇਹ ਬਿਲਕੁਲ ਉਹਨੇ ਗੁਨਾਹ ਕੀਤਾ ਹੋਵੇਗਾ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੈਦ ਵਿੱਚੋਂ ਖੁੱਲਿਆਂ ਛੱਡਦਾ ਹੈ, ਉਹਨੂੰ ਸਜ਼ਾ ਦੇਵਾਂਗਾ ਮੈਂ ਹੁਣੇ। ਪਰ ਮੈਂ ਫਿਰ ਹੈ ਹੁਕਮ ਨਹਿ ਮੇਰੋ। ਕਿਉਂਕਿ ਮਲਾਣੇ ਨੂੰ ਔਰੰਗਜ਼ੇਬ ਕਹਿਣ ਲੱਗਾ ਵੀ ਨਗਰ ਵਿੱਚ ਫਿਰਨ ਤੁਰਨ ਦਾ ਹੁਕਮ ਮੇਰਾ ਨਹੀਂ, ਮੇਰੇ ਵੱਲੋਂ ਕੋਈ ਖੁੱਲ੍ਹ ਨਹੀਂ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਵਿੱਚੋਂ ਬਾਹਰ ਜਾਣ ਦੀ। ਸੋ ਕੈਸੇ ਵਿਚਰਿਓ ਨ ਰਹੇਰੋ। ਉਸੇ ਵੇਲੇ ਬਾਦਸ਼ਾਹ ਦੇ ਜਿਹੜੇ ਨਿਕਟਵਰਤੀ ਕੋਈ ਬੰਦੇ ਸਨ, ਬੜੀ ਛੇਤੀ ਦੇ ਨਾਲ ਗਏ ਨੇ ਦਰੋਗੇ ਨੂੰ ਲੈਣ ਵਾਸਤੇ। ਸੋ ਕੈਸੇ ਵਿਚਰਿਓ ਨ ਰਹੇਰੋ। ਆ ਕਹਿੰਦੇ ਵੀ ਜਦੋਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਾਣ ਦੀ ਆਗਿਆ ਹੀ ਨਹੀਂ ਦਿੱਤੀ, ਹੇ ਮੁਲਾਣੇ ਤੂੰ ਜਾਂ ਹੋਰ ਲੋਕਾਂ ਨੇ ਉਹਨਾਂ ਨੂੰ ਬਾਹਰ ਤੁਰੇ ਫਿਰਦਿਆਂ ਕਿਵੇਂ ਵੇਖ ਲਿਆ ਹੈ। ਚਲ ਆਇਓ ਤਿਸ ਪੋਸ਼ਣ ਕੀ ਨਸ। ਉਸੇ ਵੇਲੇ ਦਰੋਗਾ ਆ ਗਿਆ, ਜਿਹੜਾ ਬੰਦਾ ਗਿਆ ਸੀ ਸੱਦਣ ਉਹਦੇ ਨਾਲ। ਤੇ ਔਰੰਗਜ਼ੇਬ ਫਿਰ ਉਹਨੂੰ ਪੁੱਛਣ ਲੱਗਾ ਵੀ ਹੇ ਦਰੋਗੇ ਦੱਸਣਾ ਕਰ। ਤੈ ਕਿਉਂ ਵਹਿਰ ਨਿਕਸਬੇ ਦੀਨਸ। ਕਹਿੰਦੇ ਵੀ ਤੂੰ ਕਿਹੜੀ ਗੱਲੋਂ ਜਾਂ ਕਿਹਨੂੰ ਪੁੱਛ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੈਦਖਾਨੇ ਚੋਂ ਬਾਹਰ ਨਿਕਲ ਦਿੱਤਾ ਹੈ, ਸ਼ਹਿਰ ਵਿੱਚ ਫਿਰਨ ਤੁਰਨ ਦੀ ਆਗਿਆ ਉਹਨਾਂ ਨੂੰ ਤੂੰ ਕਿਵੇਂ ਦਿੱਤੀ ਹੈ। ਹੁਕਮ ਦਿਓ ਤੁਝ ਕਰ ਤਕਰਾਈ। ਤੈਨੂੰ ਤਾਂ ਮੈਂ ਹੁਕਮ ਭੇਜਿਆ ਸੀ ਵੀ ਤਕੜਾਈ ਕਰਕੇ ਰੱਖ, ਹਰ ਸਮੇਂ ਉਹਨਾਂ ਦੇ ਘੇਰੇ ਸਖਤ ਪਹਿਰਾ ਰੱਖ, ਕੋਠਨ ਅੰਦਰ ਰਾਖ ਟਿਕਾਈ। ਬਾਹਰ ਵੀ ਨਿਕਲ ਨਹੀਂ ਦੇਣਾ। ਤੈਨੂੰ ਇਹ ਵੀ ਕਿਹਾ ਸੀ ਵੀ ਕੋਠੇ ਦੇ ਅੰਦਰ ਹੀ, ਕਾਲ ਕੋਠੜੀ ਦੇ ਵਿੱਚ ਹੀ ਰੱਖ, ਅੰਦਰ ਹੀ ਬੰਦ ਕਰਕੇ। ਵਾਯੋ ਲਗਨ ਨ ਦੇਹੋ ਵਹਿਰ ਗੁਰੂ ਕੇ। ਤੇਗ ਬਹਾਦਰ ਸਾਹਿਬ ਜੀ ਨੂੰ ਬਾਹਰ ਦੀ ਹਵਾ ਵੀ ਨਹੀਂ ਲੱਗਣ ਦੇਣੀ। ਤੈਨੂੰ ਤਾਂ ਮੈਂ ਇਹੋ ਜਿਹਾ ਹੁਕਮ ਦੇ ਕੇ ਭੇਜਿਆ ਵੀ ਉਹਨਾਂ ਨੂੰ ਥਾਣੇ ਦੇ ਵਿੱਚ, ਉਸ ਕੈਦਖਾਨੇ ਵਿੱਚ ਹਨੇਰੇ ਵਿੱਚ ਰੱਖ, ਬਾਹਰ ਦਾ ਚਾਨਣ, ਬਾਹਰ ਦੀ ਹਵਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਸੀਬ ਨਾ ਹੋਵੇ। ਕਥਨ ਸਥਾਨ ਰਾਖ ਦ੍ਰਿੜ ਕਰਕੇ। ਤੇ ਇਹ ਵੀ ਨਾਲ ਕਿਹਾ ਸੀ ਵੀ ਔਖੇ ਥਾਂ ਤੇ ਰੱਖ ਤੇ ਦ੍ਰਿੜ ਕਰਕੇ ਰੱਖ, ਭਾਵ ਕਿ ਪੱਕਿਆਂ ਹੋ ਕੇ, ਜਿੱਥੇ ਔਖਿਆਈ ਹੋਵੇ ਸਰੀਰ ਨੂੰ, ਜਿੱਥੇ ਤੰਗੀ ਜੀ ਹੋਵੇ, ਹਨੇਰੇ 'ਚ ਰੱਖਦੇ ਆ। ਜਦੋਂ ਤੰਗੀ ਦੇਣੀ ਹੋਵੇ ਨਾ ਤਾਂ ਫਿਰ ਉਸ ਵੇਲੇ ਕਹਿੰਦੇ ਵੀ ਚੱਕੀ ਬੰਦ ਕੀਤਾ। ਜਿੱਥੇ ਸਫਾਈ ਕੋਈ ਨਾ ਹੋਵੇ, ਮੁਸ਼ਕ ਕੁੱਲ ਜਹਾਨ ਦਾ ਆਉਂਦਾ ਹੋਵੇ, ਸੂਰਜ ਦੀ ਰੋਸ਼ਨੀ ਜਿੱਥੇ ਨਾ ਹੋਵੇ, ਮੱਛਰ ਗੰਦਗੀ ਹੋਰ ਬੜੇ ਦੁੱਖ ਹੁੰਦੇ ਆ। ਕਹਿੰਦੇ ਵੀ ਇਹ ਕੋਠੀ ਬੰਦ ਕੀਤਾ ਹੈ, ਚੱਕੀ ਬੰਦ ਕੀਤਾ। ਤਾਂ ਔਰੰਗਜ਼ੇਬ ਉਸ ਦਰੋਗੇ ਨੂੰ ਕਹਿੰਦਾ ਤੈਨੂੰ ਤਾਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਐਸਾ ਬੰਦ ਕਰਨ ਦਾ ਹੁਕਮ ਦਿੱਤਾ, ਔਖੇ ਥਾਂ ਰੱਖ ਉਹਨਾਂ ਨੂੰ, ਜਿੱਥੇ ਉਹਨਾਂ ਦੇ ਸਰੀਰ ਨੂੰ ਤੰਗੀ ਆਵੇ, ਬਹਿਣਾ ਖਲੋਣਾ ਜਿੱਥੇ ਉਹਨਾਂ ਦੇ ਵਾਸਤੇ ਔਖਾ ਹੋ ਜਾਵੇ। ਜਮਾਦਾਰ ਨੇ ਸੁਨਤ ਬਖਾਨਾ। ਜਦੋਂ ਦਰੋਗੇ ਨੂੰ ਇਹਨੇ ਪੁੱਛਿਆ ਵੀ ਤੈਨੂੰ ਸਖਤੀ ਕਰਨ ਲਈ ਕਿਹਾ ਸੀ, ਪਰ ਤੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਥਾਣੇ ਚੋਂ, ਕੈਦ ਚੋਂ ਬਾਹਰ ਕਿਵੇਂ ਜਾਣ ਦਿੰਦਾ ਹੈ। ਤਾਂ ਜਮਾਦਾਰ ਸੁਣ ਕੇ ਦਰੋਗਾ ਕਹਿਣ ਲੱਗਾ, ਬੈਠੇ ਰਹੇ ਏਕ ਹੀ ਥਾਨ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਤੁਹਾਨੂੰ ਕਿਸੇ ਨੇ ਗਲਤ ਜਾਣਕਾਰੀ ਦਿੱਤੀ ਹੈ। ਮੈਂ ਤਾਂ ਉੱਥੇ ਧਿਆਨ ਰੱਖਦਾ, ਗੁਰੂ ਤੇਗ ਬਹਾਦਰ ਸਾਹਿਬ ਇੱਕੇ ਥਾਂ ਹੀ ਬੈਠੇ ਰਹਿੰਦੇ ਹਨ ਕੈਦਖਾਨੇ 'ਚ। ਅੰਤਰ ਤੇ ਬਹਿਰ ਨਿਕਾਸ। ਉਹਨਾਂ ਨੂੰ ਤਾਂ ਮੈਂ ਅੰਦਰੋਂ ਕਦੀ ਬਾਹਰ ਕੱਢਿਆ ਹੀ ਨਹੀਂ, ਹਰ ਸਮੇਂ ਅੰਦਰ ਹੀ ਗੁੰਮ ਬੰਦ ਕਰਕੇ ਰੱਖਿਆ ਹੈ। ਜਾਨ ਕਹਾਂ ਪੁਰ ਕੇਰ ਅਵਾਸੋ। ਜਾਨ ਕਹਾਂ ਪੁਰ ਕੇਰ। ਹੇ ਪਾਤਸ਼ਾਹ ਸਲਾਮਤ, ਸ਼ਹਿਰ ਵਿੱਚ ਕਿਵੇਂ ਜਾ ਸਕਦੇ ਆ?
ਕਿਸੇ ਸਿੱਖ ਦੇ ਘਰ ਵਿੱਚ ਕਿਵੇਂ ਜਾ ਸਕਦੇ, ਉਹਦਾ ਮੈਂ ਕੈਦ ਵਿੱਚ ਕਰਕੇ ਰੱਖੇ ਨੇ ਨਵੇਂ ਪਾਤਸ਼ਾਹ। ਘਟ ਕੋ ਕਸ ਕੈ ਏਕ ਇੱਕ ਸਿਪਾਹੀ, ਸਿਪਾਹੀ ਹਰ ਸਮੇਂ ਕਮਰ ਕੱਸਾ ਰੱਖ ਕੇ ਹਮੇਸ਼ਾ ਖਲੋਤਾ ਰਹਿੰਦਾ ਹੈ। ਗਾਡੋ ਠਾਂਡੋ ਰਹੇ ਤਿਨ ਪਾਹੀ, ਗਾਡੋ ਕਹਿੰਦੇ ਵੀ ਚੰਗੀ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਕਮਰ ਕੱਸਾ ਕਰਨ ਤੋਂ ਭਾਵ ਹੁੰਦਾ ਵੀ ਹਰ ਸਮੇਂ ਤਿਆਰ ਰਹਿਣਾ। ਤੇ ਇਹ ਬਾਦਸ਼ਾਹ ਸਲਾਮਤ ਮੇਰਾ ਇੱਕ ਸਿਪਾਹੀ ਕਮਰ ਕੱਸਾ ਕਰਕੇ ਸ਼ਸਤਰ ਲੈ ਕੇ ਤੇ ਸਾਵਧਾਨ ਹੋ ਕੇ ਦ੍ਰਿੜਤਾ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਲਾਗੇ ਖਲੋਤਾ ਰਹਿੰਦਾ, ਪਹਿਰਾ ਦਿੰਦਾ ਹੈ। ਆਠੋ ਜਾਮ ਖਰੋ ਇੱਕ ਰਹਿ, ਇਵੇਂ ਵਾਰੀ ਵਾਰੀ ਆਉਂਦੇ ਨੇ ਸਿਪਾਹੀ ਤੇ ਅੱਠੇ ਪੈਰ 24 ਘੰਟੇ ਇੱਕ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੀ ਨਿਗਾਹ 'ਚ ਰੱਖਦਾ ਹੈ। ਕਰਹਿ ਨ ਥਲ ਤੇ ਦ੍ਰਿਸ਼ਟ ਸੁਲਾ ਹੈ, ਉਸ ਥਾਂ ਤੋਂ ਨਾ ਤਾਂ ਇੱਧਰ ਉੱਧਰ ਨੂੰ ਜਾਂਦੇ ਆ ਤੇ ਨਾ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਦ੍ਰਿਸ਼ਟੀ ਹੋਰ ਕਿਸੇ ਪਾਸੇ ਖੜਦੇ, ਆਪਣੀ ਨਿਗਾਹ 'ਚ ਰੱਖਦੇ ਹਨ। ਸੁਨਤ ਮੁਲਾਨੇ ਕੀਨ ਉਚਾਰ, ਜਦੋਂ ਦਰੋਗੇ ਨੇ ਕਿਹਾ ਵੀ ਇਹ ਗਲਤ ਖਬਰ ਹੈ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਤੇ ਬਾਹਰ ਜਾਣ ਹੀ ਨਹੀਂ ਦਿੰਦੇ, ਤਾਂ ਮੁਲਾਣਾ ਕਹਿਣ ਲੱਗਾ ਫੇਰ ਮੈਂ ਸਿੱਖ ਕੇ ਘਰ ਆਪ ਕਹਿਣ ਨਿਹਾਲ, ਲੱਗਾ ਦਰੋਗਿਆ ਝੂਠ ਕਿਉਂ ਬੋਲਦਾ ਹੈ, ਮੈਂ ਇੱਕ ਸਿੱਖ ਦੇ ਘਰੋਂ ਨਿਕਲਦਿਆਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪ ਵੇਖਿਆ ਹੈ ਅੱਜ। ਇਹ ਮੁਕਰਹਿ ਸਭ ਹਿਨ ਕੇ ਇਹ ਮਾਰ, ਔਰੰਗਜ਼ੇਬ ਬਾਦਸ਼ਾਹ ਜੀ ਹੁਣ ਇਹ ਸਾਰਿਆਂ ਜਿਹਦਾ ਪਾਜ ਜ਼ਾਹਰ ਹੋ ਗਿਆ ਨਾ, ਤਾਂ ਤੁਹਾਡੇ ਕੋਲ ਮੁੱਕਰ ਰਿਹਾ ਹੈ ਵੀ ਅਸੀਂ ਤੇ ਪਹਿਰਾ ਬੜਾ ਸਖਤ ਰੱਖਦੇ ਆ, ਇਹ ਰਲਿਆ ਲੱਗਦਾ ਗੁਰਾਂ ਦੇ ਨਾਲ। ਕੌਣ ਪਿਖ ਕਹੋ ਸ਼ਾਹ ਕੇ ਮਾਹੀ, ਕੋਈ ਨਹੀਂ, ਜੇ ਅੱਜ ਤੂੰ ਏਦਾਂ ਕਹਿਣਾ ਹੈ ਨਾ ਮੈਂ ਗਾਂ ਧਿਆਨ ਰੱਖੂੰ, ਜੇ ਫੇਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਿਰ ਜਾਂ ਕਿਸੇ ਦੇ ਘਰ ਵਿੱਚ ਵੇਖ ਲਿਆ, ਉਸੇ ਵੇਲੇ ਮੈਂ ਬਾਦਸ਼ਾਹ ਨੂੰ ਖਬਰ ਦੇਵਾਂਗਾ। ਅਬ ਤੋ ਕਹੀ ਨ ਮਾਨਹਿ ਮੇਰੀ, ਤੇ ਨਾਲੇ ਔਰੰਗਜ਼ੇਬ ਨੂੰ ਮੁਲਾਣਾ ਕਹਿੰਦਾ ਹੈ ਬਾਦਸ਼ਾਹ ਜੀ ਹੁਣ ਤਾਂ ਮੇਰੀ ਕਈ ਗੱਲ ਤੁਸੀਂ ਵੀ ਨਹੀਂ ਨਾ ਮੰਨ ਰਹੇ, ਤੇ ਇਹ ਵੀ ਦਰੋਗਾ ਵੀ ਤੁਹਾਡਾ ਪੈਰ ਤੇ ਮੁੱਕਰ ਗਿਆ, ਇਹ ਵੀ ਰਲਿਆ ਹੀ ਹੈ ਜਿਵੇਂ, ਪਰ ਫੇਰ ਕੋਈ ਨਹੀਂ, ਮੈਂ ਨਿਰਣਾ ਕਰਕੇ ਦੱਸੂ ਵੀ ਅੱਜ ਇਸ ਸਿੱਖ ਦੇ ਘਰੇ ਬੈਠੇ ਹਨ। ਸਾਚੀ ਲਖੋ ਬਿਲੋਚਨ ਹੇਰੀ, ਹਾਏ ਬਾਦਸ਼ਾਹ ਜੀ ਸੱਚੀ ਗੱਲ ਜਾਣੋ, ਮੈਂ ਆਪਣੀਆਂ ਅੱਖਾਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖਾਂ ਦੇ ਘਰ ਵਿੱਚ ਵੇਖਦਾ ਹਾਂ। ਇਤਨ ਪ੍ਰਸੰਗ ਹੋਏ ਹਟ ਰਹੇ, ਹਾਏ ਇੰਨੀ ਕੁ ਗੱਲਬਾਤ ਹੋਈ, ਮੁਲਾਣੇ ਨੇ ਬਾਦਸ਼ਾਹ ਨੂੰ ਕਿਹਾ ਵੀ ਮਹਾਰਾਜ ਬਾਹਰ ਤੁਰੇ ਫਿਰਦੇ ਆ, ਉਹਨਾਂ ਨੂੰ ਕੀ ਦੁੱਖ ਹੋਊਗਾ। ਬਾਦਸ਼ਾਹ ਨੇ ਉਸ ਦਰੋਗੇ ਦੀ ਝਾੜ ਝਾਮ ਜੀ ਕੀਤੀ, ਉਹ ਕਹਿੰਦਾ ਵੀ ਅਸੀਂ ਪਹਿਰੇ 'ਚ ਰੱਖਿਆ, ਤੂੰ ਕਿਵੇਂ ਕਹੀ ਜਾਂਦਾ ਮੁਲਾਣਾ ਜੀ ਵੀ ਉਹ ਬਾਹਰ ਫਿਰਦੇ ਹਨ, ਐਵੇਂ ਝੂਠੀਆਂ ਸ਼ਿਕਾਇਤਾਂ ਕਰਦਾ। ਇਹ ਗੱਲਬਾਤ ਹੋਈ, ਫਿਰ ਇੱਥੇ ਵਿੱਚ ਹੀ ਰੁਕ ਗਈ। ਉਪਾਲੰਬ ਤਿਸ ਕੋ ਬਹੁ ਕਹਿਓ, ਉਹ ਲਾਂਭਾ ਕਹਿ ਦਿੱਤਾ ਬਹੁਤ ਸਾਰਾ ਮੁਲਾਣੇ ਨੇ ਉਸ ਦੇ ਤਾਈ। ਜਮਾਦਾਰ ਸੁਨ ਕੈ ਚਲ ਆਏ, ਜਿਹੜਾ ਦਰੋਗਾ ਸੀ ਸੁਣ ਕੇ ਬਾਦਸ਼ਾਹ ਦੀ ਗੱਲ ਮੁਲਾਣੇ ਦੀ ਝਾੜ ਝਾਮ ਜੀ ਵਾਪਸ ਆਪਣੀ ਕੋਤਵਾਲੀ ਥਾਣੇ ਵਿੱਚ ਆ ਗਿਆ। ਇਤ ਤਕਰਾਈ ਸਭਨ ਸੁਨਾਏ, ਹਾਂ ਉਂਝ ਜ਼ਰੂਰ ਆਪਣੇ ਸਾਥੀਆਂ ਨੂੰ ਆ ਕੇ ਇਹਨੇ ਹੁਕਮ ਕਰ ਦਿੱਤਾ ਵੀ ਤਕੜਾਈ ਰੱਖੋ। ਅੱਜ ਤਾਂ ਹਾਲੇ ਗੱਲ ਕੋਈ ਵੀ ਨਹੀਂ ਹੋਈ, ਫੇਰ ਵੀ ਇੰਨੀ ਮੇਰੀ ਝਾੜ ਝੰਬ ਹੋ ਗਈ ਹੈ, ਜੇ ਵਾਕਈ ਕੋਈ ਗੱਲ ਹੋ ਗਈ ਗੁਰੂ ਤੇਗ ਬਹਾਦਰ ਸਾਹਿਬ ਕਦੇ ਬਾਹਰ ਚਲੇ ਗਏ ਫਿਰ ਬਾਦਸ਼ਾਹ ਛੱਡੂਗਾ ਨਹੀਂ, ਸਾਨੂੰ ਚੀਰ ਦੂਗਾ ਸਾਰਿਆਂ ਨੂੰ। ਹੋਏ ਨ ਗੁਰ ਢਿਗ ਜਾਣੇ ਦੇਹੋ, ਇਹ ਵੀ ਸਖਤੀ ਦੇਤੀ ਵੀ ਪਹਿਲਾਂ ਤਾਂ ਮੇਲ ਮਿਲਾਪ ਕਰੀ ਜਾਣ ਦਿੰਦੇ ਸੀ, ਹੁਣ ਗੁਰੂ ਤੇਗ ਬਹਾਦਰ ਸਾਹਿਬ ਨਾਲ ਕਿਸੇ ਨੂੰ ਮੁਲਾਕਾਤ ਵੀ ਨਹੀਂ ਕਰਨ ਦੇਣੀ। ਗਮਨਹਿ ਪਾਸ ਹਟਾਏ ਸੋ ਲੇਹੋ, ਤੇ ਜੇ ਕੋਈ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਜਾਵੇ ਸਿੱਖ, ਜਿਹੜੇ 5 ਸਿੱਖ ਬੈਠੇ ਬਾਹਰ, ਉਹਨਾਂ ਨੂੰ ਹਟਾ ਦਿਓ, ਰੋਕ ਦਿਓ ਵੀ ਤੁਸੀਂ ਜਾ ਨਹੀਂ ਸਕਦੇ। ਕਰੀ ਗੁਰੂ ਢਿਗ ਬਹੁ ਤਕਰਾ, ਐਵੇਂ ਦਰੋਗੇ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਹੋਰ ਤਕੜਾਈ ਕਰ ਦਿੱਤੀ, ਪਹਿਰਾ ਸਖਤ ਕਰ ਦਿੱਤਾ। ਸੋ ਦਿਨ ਬੀਤਿਓ ਨਿਸਾ ਉਹ ਬਤਾਈ, ਦਿਨ ਤਾਂ ਲੰਘ ਗਿਆ, ਫਿਰ ਰਾਤ ਦਾ ਸਮਾਂ ਆਇਆ, ਉਹ ਵੀ ਬਤੀਤ ਹੋ ਗਈ। ਭਾਈ ਭੋਰ ਸਿੱਖ ਕੀਨ ਪ੍ਰਸ਼ਾਦ, ਜਦੋਂ ਅਗਲੇ ਦਿਨ ਅਗਲੀ ਸਵੇਰ ਹੋਈ, ਜਿਹੜਾ ਉਹ ਸਿੱਖ ਨਾਲ ਵਚਨ ਕੀਤਾ ਸੀ ਮਹਾਰਾਜ ਨੇ ਵੀ ਤੇਰੀ ਸ਼ਰਧਾ ਹੋਏਗੀ ਜ਼ਰੂਰ ਆਵਾਂਗੇ, ਤੂੰ ਤਿਆਰੀ ਕਰੀ। ਉਹਨੇ ਮਹਾਰਾਜ ਦਾ ਵਚਨ ਮੰਨ ਕੇ ਤੇ ਗੁਰੂ ਸਾਹਿਬ ਵਾਸਤੇ ਭੋਜਨ ਪ੍ਰਸ਼ਾਦ ਤਿਆਰ ਕਰ ਲਿਆ। ਗੁਰ ਘਰ ਆਏ ਧਰਹਿ ਅਹਲਾਦ, ਇਹ ਭੋਜਨ ਬਣਾਉਂਦਾ ਇਸ ਕਰਕੇ ਸਿੱਖ ਖੁਸ਼ ਹੈ ਵੀ ਜਿਵੇਂ ਕੱਲ ਮੇਰੇ ਗਵਾਂਢ ਦੇ ਸਿੱਖ ਦੇ ਘਰੇ ਮਹਾਰਾਜ ਆਏ ਸਨ, ਅੱਜ ਮੇਰੇ ਘਰੇ ਆਉਣਗੇ। ਨਾਲੇ ਸੇਵਾ ਕਰ ਰਿਹਾ, ਨਾਲੇ ਬੜਾ ਆਨੰਦਿਤ ਹੋ ਰਿਹਾ ਹੈ। ਭਾਂਤ ਭਾਂਤ ਕੇ ਭੋਜਨ ਕਰੇ, ਤਰ੍ਹਾਂ ਤਰ੍ਹਾਂ ਦੇ ਭੋਜਨ ਗੁਰੂ ਤੇਗ ਬਹਾਦਰ ਸਾਹਿਬ ਲਈ ਤਿਆਰ ਕਰ ਲਏ। ਕਿਰਪਾ ਨਿਧਾਨ ਧਿਆਨ ਕਰ ਤੇ ਸਿਮਰੇ, ਧਿਆਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰਦਾ ਹੈ, ਮਹਾਰਾਜ ਨੂੰ ਯਾਦ ਕਰਦਾ ਵਾਰ-ਵਾਰ ਵੀ ਪਾਤਸ਼ਾਹ ਭੋਜਨ ਬਣ ਰਿਹਾ, ਜ਼ਰੂਰ ਆਇਓ। ਏਕ
ਜਾਮ ਜਬ ਦਿਨ ਚੜ ਆਵਾ। ਜਦੋਂ ਇੱਕ ਪੈਰ ਤੀਕਰ ਦਿਨ ਚੜ ਆਇਆ ਨਾ 9 ਵੱਜ ਗਏ ਦਿਨ ਦੇ। ਸਤਿਗੁਰ ਪਹੁੰਚੇ ਦਰਸ ਧੰਨ ਦਿਖਾਵਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਫਿਰ ਜਾ ਪਹੁੰਚੇ ਤੇ ਸਿੱਖ ਦੇ ਘਰ ਵਿੱਚ ਮਹਾਰਾਜ ਨੇ ਦਰਸ਼ਨ ਦਿਖਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਕੋਈ ਸਰੀਰ ਥੋੜਾ ਨੇ ਕੋਈ ਕੈਦ ਕਰ ਲਏ। 10ਵੇਂ ਪਾਤਸ਼ਾਹ ਜਦੋਂ ਸੱਚਖੰਡ ਨੂੰ ਚੱਲੇ ਸਨ ਤਾਂ ਉਸ ਵੇਲੇ ਭਾਈ ਦਇਆ ਸਿੰਘ ਭਾਈ ਸੰਤੋਖ ਸਿੰਘ ਲਾਂਗਰੀ ਮਹਾਰਾਜ ਦੇ ਚਰਨਾਂ ਦੇ ਹੱਥ ਰੱਖ ਕੇ ਤੇ ਮੱਥਾ ਟੇਕਣ ਲੱਗੇ ਸੀ। ਜਦੋਂ ਚਰਨਾਂ ਦੇ ਹੱਥ ਰੱਖਿਆ ਤੇ ਚਰਨਾਂ ਦੇ ਹੱਥ ਰੱਖਣ ਪਰ ਉਹ ਧਰਤੀ ਨਾ ਜਾ ਕੇ ਲੱਗੇ। ਉਹ 2-3 ਵਾਰ ਕਰਕੇ ਵੇਖਿਆ, ਫਿਰ ਮਹਾਰਾਜ ਵੇਖ ਕੇ ਹੱਸੇ। ਕਹਿੰਦੇ ਕੀ ਵੇਂਦੇ ਮਹਾਰਾਜ, ਤੁਹਾਡੇ ਚਰਨਾਂ ਦੇ ਪਹਿਲਾਂ ਹੱਥ ਲਾਉਂਦੇ ਸੀ, ਅੱਜ ਚਰਨਾਂ ਦੇ ਹੱਥ ਹੀ ਨਹੀਂ ਲੱਗ ਰਿਹਾ, ਧਰਤੀ ਤੇ ਲੱਗ ਰਿਹਾ ਹੈ। ਸਾਹਿਬ ਜੀ ਕਹਿੰਦੇ ਵੀ ਅਸਲ ਵਿੱਚ ਅਸੀਂ ਦੇਹ ਨਹੀਂ ਹਾਂ, ਉਹ ਤਾਂ ਤੁਹਾਨੂੰ ਸਮਝਾਉਣ ਲਈ ਦੇਹ ਬਣਾ ਕੇ ਤੁਹਾਡੇ 'ਚ ਰਹਿਣਾ ਪਿਆ ਸਾਨੂੰ, ਪਰ ਸਾਡਾ ਤਾਂ ਦੇਹ ਦਾ ਆਕਾਰ ਹੀ ਕੋਈ ਨਹੀਂ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰ ਰੇਖ ਭੇਖ ਕੋ ਕਹਿਣਾ ਸਖਤ ਕਹੇ। ਸਾਡਾ ਤਾਂ ਉਹੀ ਸਰੂਪ ਹੈ ਜਿਹਦਾ ਨਾ ਕੋਈ ਰੂਪ ਹੈ ਨਾ ਕੋਈ ਰੰਗ ਹੈ। ਇਹ 5 ਤੱਤਾਂ ਦੀ ਦੇਹੀ 'ਚ ਤਾਂ ਅਸੀਂ ਆਉਂਦੇ ਹੀ ਨਹੀਂ ਹੈ। ਤਾਂ ਹੀ ਮਹਾਰਾਜ ਨੇ ਕਿਹਾ ਸੀ ਨਾ ਵੀ ਜੇ ਕੋਈ ਆਖੇ ਵੀ ਰੱਬ ਜੂਨ ਵਿੱਚ ਆਉਂਦਾ ਹੈ, ਰੱਬ ਦਾ ਜਨਮ ਹੋਇਆ, ਕਹਿੰਦੇ ਵੀ ਉਹ ਮੂੰਹ ਹੀ ਸੜ ਜੇ। ਅਸਲ 'ਚ ਸਰੀਰ ਅੰਦਰ ਜ਼ਰੂਰ ਬਣਦੇ ਰਹੇ ਹੈ, ਪਰ ਜੋਤ ਦਾ ਪ੍ਰਕਾਸ਼ ਤਾਂ ਜਦੋਂ ਸਰੀਰ ਸੰਸਾਰ ਵਿੱਚ ਪ੍ਰਗਟ ਹੋਇਆ ਉਦੋਂ ਗੁਰੂ ਜੋਤੀ ਉਹਦੇ ਵਿੱਚ ਪ੍ਰਵੇਸ਼ ਕਰਦੀ ਰਹੀ ਹੈ। ਗੁਰੂ ਜੋਤੀ ਜਿਹੜੀ ਹੈ ਉਹ ਗਰਭ ਵਿੱਚ ਨਹੀਂ ਪਲਦੀ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਵੀ ਅਸੀਂ ਸਰੀਰ ਨਹੀਂ ਹੈ ਸਿਖਾ, ਆ ਹੁਣ ਵਾਸਤਵ ਸਰੂਪ ਤੈਨੂੰ ਵਿਖਾਤਾ। ਅਸਲ ਜਦੋਂ ਆਪਾਂ ਕਹਿ ਦਿੰਦੇ ਵੀ ਸਣ ਦੇਹੀ ਮਹਾਰਾਜ ਗਏ, ਦੇਹੀ ਤਾਂ 5 ਤੱਤਾਂ ਦੀ ਹੁੰਦੀ ਹੈ। ਮਹਾਰਾਜ ਸਾਹਿਬ ਨੇ ਤਾਂ ਇੱਕ ਸਾਨੂੰ ਆਕਾਰ ਬਣਾ ਕੇ ਕੇਵਲ ਵਿਖਾਇਆ ਸੀ ਸਾਡੇ ਉਧਾਰ ਵਾਸਤੇ ਵੀ ਸਤਿਗੁਰੂ ਵੀ ਸਾਡੇ ਵਰਗੇ ਆ। ਅਸਲ ਜੋ 5 ਤੱਤਾਂ ਦੀ ਦੇਹੀ ਵਿੱਚ ਆਏ ਨਹੀਂ ਕਦੀ, ਉਹਦਾ ਦੇਹੀ ਤੋਂ ਰਹਿਤ ਨੇ ਮਹਾਰਾਜ ਸਾਹਿਬ ਜੀ। ਕਿਉਂਕਿ ਆਵੇ ਨਾ ਜਾਏ ਮੇਰਾ ਪ੍ਰਭ ਅਬਨਾਸੀ, ਗੁਰਬਾਣੀ ਦਾ ਵਚਨ ਹੈ ਵੀ ਨਾ ਉਹ ਆਉਂਦਾ ਨਾ ਜਾਂਦਾ, ਉਹਦਾ ਅਬਨਾਸੀ ਸਰੂਪ ਹੈ। ਤੇ ਉਂਝ ਸਾਡੇ ਭਲੇ ਵਾਸਤੇ ਸਰੀਰ ਬਣਾ ਕੇ ਵਿਖਾਇਆ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੇ ਤਾਂ ਕਰੀਏ ਸਰੀਰ ਦੀ ਗੱਲ, ਫਿਰ ਤਾਂ ਨਹੀਂ ਆ ਸਕਦੇ। ਕੈਦ 'ਚ ਪਏ ਨੇ, ਸਰੀਰ ਕਿਵੇਂ ਆ ਜਾਊਗਾ? ਪਰ ਉਹ ਸਰੀਰ ਨਹੀਂ, ਉਹ ਤਾਂ ਜੋਤ ਨੇ, ਜਿਸ ਕਰਕੇ ਉਹਨਾਂ ਨੂੰ ਕੋਈ ਕੈਦ ਵਿੱਚ ਪਾ ਹੀ ਨਹੀਂ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਦੂਸਰੇ ਦਿਨ ਫਿਰ ਸਿੱਖ ਦੇ ਘਰੇ ਆਣ ਪ੍ਰਗਟ ਹੋਏ, ਉਹਨੂੰ ਦਰਸ਼ਨ ਦਿੱਤੇ। ਪਰਵੇਸ਼ਨ ਲੱਗੇ ਸਿੱਖ ਘਰ ਜਬ ਹੋ। ਤੇ ਜਦੋਂ ਮਹਾਰਾਜ ਸਿੱਖ ਦੇ ਘਰ ਵਿੱਚ ਪ੍ਰਵੇਸ਼ ਕਰਨ ਹੀ ਲੱਗੇ ਸਨ, ਵਿਖੇ ਮੁਲਾਨੇ ਕੇ ਨਰ ਤਬ। ਮੁਲਾਣੇ ਨੇ ਵੀ ਉਹ ਕਿਉਂਕਿ ਸਭਾ ਝੂਠਾ ਜਿਹਾ ਹੋਇਆ ਸੀ, ਉਹਦੀ ਕੱਲ ਗੱਲ ਨਹੀਂ ਸੀ ਮੰਨੀ। ਉਹਨੇ ਆਪਣੇ ਬੰਦੇ ਛੱਡੇ ਸੀ ਵੀ ਜਿੱਥੇ ਸਿੱਖਾਂ ਦੇ ਘਰ ਹੈ ਨਾ ਦਿੱਲੀ 'ਚ, ਇੱਥੇ ਗਲੀਆਂ 'ਚ ਫਿਰਦੇ ਤੁਰਦੇ ਰਹੋ। ਮੈਂ ਉਸ ਦੁਰਗੇ ਜਿਹੜਾ ਉਹ ਕੋਤਵਾਲੀ ਹੈ ਨਾ, ਜਿਹੜਾ ਦਰੋਗਾ ਹੈ, ਉਹਨੂੰ ਮੌਕੇ 'ਤੇ ਫੜਾਉਣਾ ਹੈ, ਬਾਦਸ਼ਾਹ ਨੂੰ ਦੱਸਣਾ ਵੀ ਇਹ ਰਲਿਆ ਜੇ ਗੁਰੂ ਦੇ ਨਾਲ। ਤੇ ਉਹ ਦਰੋਗੇ ਉਸ ਮੁਲਾਣੇ ਦੇ ਕਿਸੇ ਸੇਵਕ ਨੇ, ਕਿਸੇ ਬੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖ ਦੇ ਘਰੇ ਵੜਦਿਆਂ ਵੇਖ ਲਿਆ। ਔਰ ਕੀ ਗਰੀ ਗਰੀ ਕੇ ਮਾਹੇ। ਕਿਉਂਕਿ ਸ਼ਹਿਰ ਦੀਆਂ ਗਲੀਆਂ ਗਲੀਆਂ 'ਚ ਤੁਰੇ ਫਿਰਦੇ ਸਨ ਉਹਦੇ ਛੱਡੇ ਹੋਏ ਬੰਦੇ। ਫਿਰਤ ਨਿਹਾਰਤ ਜਿਤ ਕਿਤ ਜਾਹੇ। ਜਿੱਧਰ ਕਿਧਰ ਜਾਂਦੇ ਸੀ ਇਹ ਵੀ ਵੇਖਦੇ ਜਾਂਦੇ ਸੀ ਵੀ ਕਿਤੇ ਸਿੱਖਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਨਾ ਇੱਧਰ ਆਏ ਹੋਣ। ਨਰ ਪਿਖ ਗਮਨਿਓ ਨਿਕਟ ਮੁਲਾਨੇ। ਜਦੋਂ ਮੁਲਾਣੇ ਦੇ ਛੱਡੇ ਬੰਦੇ ਨੇ ਵੇਖਿਆ ਸਿੱਖ ਦੇ ਘਰ ਵਿੱਚ ਵੜਦਿਆਂ ਗੁਰੂ ਤੇਗ ਬਹਾਦਰ ਸਾਹਿਬ ਨੂੰ, ਉਸੇ ਵੇਲੇ ਦੌੜ ਕੇ ਸਾਹੋ ਸਾਹੀ ਮੁਲਾਣੇ ਕੋ ਗਿਆ। ਮਹਿ ਰੇ ਸਿੱਖ ਘਰ ਪ੍ਰਵਸ਼ਾਨੇ। ਕਹਿਣ ਲੱਗਾ, ਹੈ ਮੁਲਾਣਾ ਜੀ, ਜਿਸ ਸਿੱਖ ਦੇ ਘਰ ਵਿੱਚੋਂ ਨਿਕਲਦਿਆਂ ਕੱਲ ਤੁਸੀਂ ਵੇਖਿਆ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਉਹਦੇ ਨਾਲ ਦੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਜਾਂਦਿਆਂ ਮੈਂ ਵੇਖ ਕੇ ਆਇਆ ਅੱਜ। ਸੁਨੋ ਰੰਗ ਟਿਕ ਪਹੁੰਚਿਓ ਧਾਰੀ। ਮੁਲਾਣੇ ਨੇ ਗੱਲ ਸੁਣੀ, ਉਸੇ ਵੇਲੇ ਕਹਿੰਦਾ ਤੂੰ ਉੱਥੇ ਪਹਿਰਾ ਰੱਖੀ। ਤੇ ਜਾ ਕੇ ਉਹ ਰੰਗਜੇਬ ਦੇ ਕੋਲ ਪਹੁੰਚ ਗਿਆ ਦੱਸਣ ਦੇ ਲਈ ਦੌੜ ਕੇ। ਨਰਪਠ ਆਪ ਲੈ ਹੋ ਦਿਖ ਰਾਈ। ਕਹਿਣ ਲੱਗਾ, ਹੈ ਬਾਦਸ਼ਾਹ ਜੀ, ਕੱਲ ਮੇਰੀ ਗੱਲ ਤੇ ਯਕੀਨ ਨਹੀਂ ਸੀ ਨਾ ਕੀਤਾ, ਛੇਤੀ ਆਪਣਾ ਬੰਦਾ ਭੇਜੋ, ਹੁਣੇ ਮੈਂ ਦੱਸਦਾ ਏ। ਵੇਖੋ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੇ ਘਰਾਂ ਵਿੱਚ ਤੁਰੇ ਫਿਰਦੇ ਹਨ। ਕਰਨ ਹਾਰ ਗਏ ਸਿੱਖ ਘਰ ਮੈਂ। ਅੱਜ ਫਿਰ ਇੱਕ ਸਿੱਖ ਦੇ ਘਰ ਦੇ ਵਿੱਚ ਭੋਜਨ ਛਕਣ ਵਾਸਤੇ ਗਏ ਨੇ, ਉਹਨਾਂ ਨੂੰ ਹਜੇ ਅੰਦਰ ਵੜਦਿਆਂ ਹੀ ਵੇਖ ਕੇ ਤੁਹਾਨੂੰ ਆਣ ਕੇ ਖਬਰ ਦੇ ਦਿੱਤੀ ਆ। ਸਾਚ ਕੇ ਝੂਠ
ਝੂਠ ਲਿਹੋ ਲਖ ਔਰ ਇਹ ਮੈਂ ਸੱਚ ਕਹਿ ਰਿਹਾ ਕਿ ਝੂਠ ਕਹਿ ਰਿਹਾ ਹੈ, ਆਪ ਹੀ ਤੁਸੀਂ ਆਪਣਾ ਬੰਦਾ ਭੇਜ ਕੇ ਵੇਖ ਕੇ ਫਿਰ ਨਿਰਣਾ ਕਰ ਲਿਓ। ਸਾਹੇ ਤਬੇ ਬੈਠੇ ਭੇਜੇ ਨਰ ਦੌੜੇ। ਔਰੰਗਜ਼ੇਬ ਨੇ ਆਪਣੇ ਨਜ਼ਦੀਕੀ ਬੰਦੇ ਭੇਜੇ ਵੀ ਦੌੜ ਕੇ ਜਾਓ। ਮਲਾਣਾ ਜਿਵੇਂ ਕਹਿ ਰਿਹਾ ਹੈ ਖਬਰ ਸੱਚੀ ਹੈ ਕਿ ਝੂਠੀ ਹੈ। ਜਿਸ ਉਬਾਰ ਕੇ ਪਰਵੇਸ਼ੇ ਪਾਉ। ਜਿਸ ਦਰਵਾਜ਼ੇ ਰਾਹੀਂ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਗਏ ਸਨ, ਕਰੇ ਬਿਲੋਕਨ ਬੈਠ ਬਿਰਾਜੇ। ਦਰਵਾਜ਼ਾ ਖੁੱਲਾ ਸੀ, ਉੱਥੋਂ ਦਰਵਾਜ਼ੇ ਵਿੱਚੋਂ ਹੀ ਜਾ ਕੇ ਵੇਖਿਆ ਵੀ ਉਹ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ ਵਿਹੜੇ ਵਿੱਚ। ਮੁਖ ਪਰ ਸੰਨ ਪਿਖ ਕਲਮਲ ਭਾਜੇ। ਕਹਿੰਦੇ ਵੀ ਮੁਖ ਕਰਕੇ ਬੜੇ ਪ੍ਰਸੰਨ ਹੈ, ਹੱਸ ਹੱਸ ਕੇ ਸਿੱਖਾਂ ਨਾਲ ਗੱਲਾਂ ਕਰ ਰਹੇ ਆ, ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਨਾਸ਼ ਹੋ ਜਾਂਦੇ ਨੇ। ਇਕਤ ਸ਼ਾਹੇ ਕੋ ਜਾਏ ਸੁਨਾਏ। ਉਹਨਾਂ ਮਨੁੱਖਾਂ ਨੇ ਸਿਪਾਹੀਆਂ ਨੇ ਝਾਟੀ ਜਾ ਕੇ ਔਰੰਗਜ਼ੇਬ ਨੂੰ ਸਾਰੀ ਖਬਰ ਦੇ ਦਿੱਤੀ। ਤਤ ਸਿਨ ਜਮਾਦਾਰ ਬੁਲਵਾ। ਕਹਿਣ ਲੱਗੇ ਬਾਦਸ਼ਾਹ ਸਲਾਮਤ। ਮੌਲਾਣਾ ਜੀ ਬਿਲਕੁਲ ਠੀਕ ਕਹਿੰਦੇ ਨੇ, ਸਿੱਖ ਦੇ ਘਰੇ ਬੈਠੇ ਨੇ ਗੁਰੂ ਤੇਗ ਬਹਾਦਰ ਸਾਹਿਬ, ਹਜੇ ਪ੍ਰਸ਼ਾਦਾ ਭੋਜਨ ਛਕਣ ਹੀ ਲੱਗੇ ਨੇ। ਇਹ ਗੱਲ ਸੁਣਦੇ ਅਨਸਾਰ ਉਸੇ ਵੇਲੇ ਕਹਿੰਦੇ ਵੀ ਜਮਾਦਾਰ ਨੂੰ ਲੈ ਕੇ ਆਓ, ਜਿਹੜਾ ਦਰੋਗਾ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਕੈਦ ਨੇ, ਕਿਉਂਕਿ ਲਾਲ ਕਿਲੇ ਦੇ ਨੇੜੇ ਹੀ ਉੱਥੇ ਕੋਤਵਾਲੀ ਸੀ। ਕਹਿਣ ਲੱਗੇ ਵੀ ਛੇਤੀ ਉਹਨੂੰ ਲੈ ਕੇ ਆਓ, ਸਭਾ ਵਿੱਚ ਹਾਜ਼ਰ ਕਰੋ। ਦੇਖੋ ਮੂੜ ਕੂੜ ਕਹਿ ਕਾਲੀ। ਜਦੋਂ ਸਭਾ ਵਿੱਚ ਪਹੁੰਚਿਆ ਦਰੋਗਾ ਤਾਂ ਔਰੰਗਜ਼ੇਬ ਗੁੱਸੇ 'ਚ ਲਾਲ ਪੀਲਾ ਹੋਇਆ, ਕਹਿਣ ਲੱਗਾ ਪੇਖੋ ਮੂੜੋ ਮੂਰਖਾ ਵੇਖ, ਕੱਲ ਝੂਠ ਬੋਲਦਾ ਸੀ, ਤੈਨੂੰ ਪੁੱਛਿਆ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਚੋਂ ਕਾਹਤੋਂ ਬਾਹਰ ਕੱਢਿਆ ਤੇ ਮੁੱਕਰ ਹੀ ਗਿਆ ਵੀ ਇਦਾਂ ਹੋ ਹੀ ਨਹੀਂ ਸਕਦੀ। ਸਿੱਖ ਘਰ ਗਮਨਿਓ ਕਰਤ ਕੁਸਾਲੀ। ਅੱਜ ਤਾਂ ਫੇਰ ਸਿੱਖ ਦੇ ਘਰ ਵਿੱਚ ਖੁਸ਼ੀਆਂ ਨਾਲ ਪਹੁੰਚੇ ਨੇ, ਬੈਠੇ ਨੇ ਗੁਰੂ ਤੇਗ ਬਹਾਦਰ ਸਾਹਿਬ। ਤੁਮਨੇ ਕਹਿਓ ਨਾ ਮਾਨਿਓ ਮੇਰਾ। ਹਜੇ ਕੱਲ ਤੈਨੂੰ ਮੈਂ ਤਾੜਨਾ ਕੀਤੀ ਆ ਵੀ ਉਹਨਾਂ ਦੇ ਤਕੜਾਈ ਰੱਖ ਵੀ ਐਵੇਂ ਉਹਨਾਂ ਨੂੰ ਬਾਹਰ ਨਾ ਘੱਲਿਆ ਕਰ, ਪਰ ਬਾਦਸ਼ਾਹ ਕਹਿੰਦਾ ਦਰੋਗੇ ਤੂੰ ਮੇਰਾ ਕਿਹਾ ਬਚਨ ਮੰਨਿਆ ਨਹੀਂ। ਦਿਓ ਡੰਡ ਲਿਓ ਦਰਬ ਬਡੇਰਾ। ਤੈਨੂੰ ਹੁਣੇ ਮੈਂ ਬੜੀ ਸਖਤ ਸਜ਼ਾ ਦਊਂ, ਭਾਰੀ ਦੰਡ ਦੇਊਂਗਾ, ਤੇਰੇ ਕੋਲੋਂ ਬਹੁਤ ਜ਼ਿਆਦਾ ਜਿੰਨਾ ਵੀ ਧਨ ਤੈਨੂੰ ਦਿੱਤਾ ਨਾ ਹੁਣ ਤੀਕਰ ਤਨਖਾਹਾਂ ਦਾ ਉਹ ਸਾਰਾ ਹੀ ਵਸੂਲ ਕਰੂੰਗਾ। ਹੁਣ ਕਾਰਾਗ੍ਰਹਿ ਤੇ ਤਿਸ ਨਿਕਸਾਏ। ਕਿਉਂਕਿ ਤੂੰ ਗੁਰੂ ਤੇਗ ਬਹਾਦਰ ਜੀ ਨੂੰ ਕੈਦ ਦੇ ਵਿੱਚੋਂ ਬਾਹਰ ਕੱਢ ਦਿੰਦਾ ਹੈ ਰੋਜ਼ ਹੀ। ਪਰ ਮੈਂ ਫਿਰੇ ਅਸਨ ਕਿਤ ਖਾਏ। ਸ਼ਹਿਰ ਵਿੱਚ ਫਿਰਦੇ ਤੁਰਦੇ ਰਹਿੰਦੇ ਆ ਤੇ ਕਿਸੇ ਸਿੱਖ ਦੇ ਘਰੋਂ ਜਾ ਕੇ ਭੋਜਨ ਛਕ ਆਉਂਦੇ ਹਨ। ਦਿਨ ਪ੍ਰਤ ਇਸੀ ਰੀਤ ਚੱਲ ਜਾਤੋ। ਕਹਿੰਦਾ ਵੀ ਇਹ ਕੱਲ ਦੀ ਤਾਂ ਸਾਨੂੰ ਖਬਰ ਪੱਕੀ ਹੋਈ ਹੈ, ਅੱਜ ਤਾਂ ਅੱਖੀਂ ਵੇਖ ਆਏ ਨੇ ਬੰਦੇ, ਪਰ ਜਦੋਂ ਪੁੱਛ ਪੜਤਾਲ ਕੀਤੀ ਆ ਲੋਕ ਕਹਿੰਦੇ ਤਾਂ ਰੋਜ਼ ਹੀ ਗੁਰੂ ਤੇਗ ਬਹਾਦਰ ਸਾਹਿਬ ਕਿਸੇ ਨਾ ਕਿਸੇ ਸਿੱਖ ਦੇ ਘਰ ਗਏ ਹੁੰਦੇ ਨੇ। ਕਹਿੰਦੇ ਵੀ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੋਜ਼ ਹੀ ਕੈਦ ਵਿੱਚੋਂ ਬਾਹਰ ਕੱਢ ਦਿੰਦਾ ਹੈ। ਸਿੱਖਿਆਨ ਕੇ ਘਰ ਭੋਜਨ ਖਾਤੋ। ਤੇ ਉਹ ਗੁਰੂ ਸਾਹਿਬ ਸਿੱਖਾਂ ਦੇ ਘਰ ਭੋਜਨ ਛਕਦੇ ਹਨ। ਕੌਣ ਬਾਤ ਤੇ ਇਮ ਤੈ ਕੀਨ। ਇਹ ਦਰੋਗਿਆ ਦੱਸ ਵੀ ਕੀ ਗੱਲ ਹੈ, ਵੀ ਕੀ ਕਾਰਨ ਹੈ ਵੀ ਤੂੰ ਇਦਾਂ ਕਰਦਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਵਿੱਚੋਂ ਕਿਉਂ ਛੱਡਦਾ ਹੈ ਖੁੱਲਾ? ਕਿਦੋਂ ਦਰਬ ਰਿਸ਼ਵਤ ਤੇ ਲੀਨ। ਕੀ ਤੂੰ ਕਦੇ ਧਨ ਲਿਆ ਉਹਨਾਂ ਕੋਲ, ਰਿਸ਼ਵਤ ਖਾਧੀ ਹੋਣੀ, ਕੋਈ ਪੈਸਾ ਪੂਸਾ ਖਾਧਾ ਹੋਣਾ ਹੈ ਵੀ ਰਿਸ਼ਵਤ ਲੈ ਕੇ ਪੈਸੇ ਲੈ ਕੇ ਰੋਜ਼ ਇਦਾਂ ਕਰਦਾ ਹੋਵੇ? ਕਿ ਕਿਹੜਾ ਬਾਦਸ਼ਾਹ ਨੂੰ ਪਤਾ ਲੱਗਣ ਲੱਗਾ ਏ? ਡਰਿਓ ਸ਼ਾਹੋ ਤੇ ਦਵੇ ਕਰ ਜੋ। ਦਰੋਗਾ ਡਰ ਗਿਆ ਵੀ ਪਤਾ ਨਹੀਂ ਇਹ ਬਾਦਸ਼ਾਹ ਕੀ ਕਹੀ ਜਾਂਦਾ, ਕਿਉਂਕਿ ਉਹ ਆਪਣੇ ਥਾਂ ਸੱਚਾ ਸੀ ਵੀ ਮੈਂ ਤਾਂ ਕੱਲ ਵੀ ਸੱਚਾ ਸੀ ਤੇ ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਹੀ ਨੇ। ਦਰੋਗਾ ਫੇਰ ਵੀ ਡਰ ਗਿਆ, ਦੋਵੇਂ ਹੱਥ ਹੀ ਜੋੜ ਲਏ, ਬਾਦਸ਼ਾਹ ਸਲਾਮਤ ਤਰਸ ਕਰੋ। ਕਹਿਓ ਕਿ ਮੈਂ ਆਇਵ ਤਿਸ ਠੌਰੇ। ਕਹਿਓ ਕਿ ਮੈਂ ਆਇਵ ਤਿਸ ਠੌਰੇ, ਵੀ ਤਿਸ ਥਾਂ ਤੋਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਕੈਦ ਨੇ, ਇਹ ਬਾਦਸ਼ਾਹ ਸਲਾਮਤ ਹੁਣੇ ਹੀ ਮੈਂ ਤੁਹਾਡਾ ਹੁਕਮ ਮੰਨ ਕੇ ਉੱਥੋਂ ਹੀ ਆਇਆ ਹਾਂ। ਕੋਸ਼ਟ ਕੇ ਅੰਤਰ ਅਬਸ਼ੋਰ। ਤੇ ਜਦੋਂ ਮੈਂ ਆਇਆ ਹਾਂ ਉਦੋਂ ਉਸ ਕੋਠੇ ਦੇ ਵਿੱਚ ਕੈਦਖਾਨੇ 'ਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਛੱਡ ਕੇ ਆਇਆ, ਭਾਵ ਉਹ ਕੈਦ ਵਿੱਚ ਹੀ ਹਨ ਇਸ ਵੇਲੇ। ਕਰੇ ਕਪਾਟ ਅਸੰਜਤ ਪੌਰੇ। ਇਥੋਂ ਤੀਕਰ ਵੀ ਅਸੀਂ ਤਾਂ ਚੰਗੀ ਤਰ੍ਹਾਂ ਘੁੱਟ ਕੇ ਦਰਵਾਜ਼ੇ ਵੀ ਬੰਦ ਕੀਤੇ, ਮੋਟਾ ਜਿੰਦਰਾ ਵੀ ਲਾਇਆ ਹੈ ਕਮਰੇ ਨੂੰ। ਤਾਰੇ ਮਾਰ ਰੱਖਿਓ ਦਰ ਤਾਹੀ। ਤਾਲੇ ਮਾਰ ਮਾਰ ਕੇ ਚੰਗੀ ਤਕੜਾਈ ਰੱਖੀ ਹੈ। ਇੱਕ ਝੀਤ ਥਾਣੀ ਵੇਖ ਲੈਨੇ ਆ, ਬਸ ਇੰਨਾ ਕੁ ਥਾਂ ਰੱਖਿਆ ਹੈ। ਅਵੇ ਸਨਦ ਡਿਡ ਖਰੋ ਸਿਪਾਹੀ। ਤੇ ਆਪਣੇ ਸਿਪਾਹੀ ਵੀ ਤਿਆਰ ਬਰ ਤਿਆਰ ਉੱਥੇ ਖੜੇ ਕੀਤੇ ਨੇ, ਹਰ ਸਮੇਂ ਉੱਥੇ ਪਹਿਰੇ ਦੇ ਉੱਤੇ ਦਰਵਾਜ਼ੇ ਤੇ ਖਲੋਤਾ ਰਹਿੰਦਾ ਹੈ। ਜੇ ਮਮ ਕਹਿਓ ਝੂਠ ਔਰ ਲਿਆ। ਦਰੋਗਾ ਕਹਿਣ ਲੱਗਾ ਹੈ ਬਾਦਸ਼ਾਹ ਜੀ, ਜੇ ਮੇਰੀ ਕਹੀ ਹੋਈ ਗੱਲ ਤੁਹਾਨੂੰ ਝੂਠੀ ਲੱਗਦੀ ਹੈ ਨਾ ਵੀ ਮੈਂ ਝੂਠ ਬੋਲ
ਬੋਲ ਰਿਹਾ ਹਾਂ। ਤੋ ਨਰ ਆਪਨੋ ਪਠ ਦਿਖ ਰਾਮ। ਹੁਣੇ ਹੀ ਆਪਣਾ ਕੋਈ ਹਜ਼ੂਰੀ 'ਚ ਰਹਿਣ ਵਾਲਾ ਸਿਪਾਹੀ ਬੰਦਾ ਭੇਜ ਕੇ ਵੇਖ ਲਓ, ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਥਾਣੇ ਵਿੱਚ ਕੈਦਖਾਨੇ ਵਿੱਚ ਹੀ ਹਨ। ਸੁਨਤ ਸ਼ਾਹੋ ਬਿਸਮਿਓ ਮਨ ਮਹ। ਇਹ ਗੱਲ ਸੁਣ ਕੇ ਦਰੋਗੇ ਦੀ ਤੇ ਔਰੰਗਜ਼ੇਬ ਥੋੜਾ ਜਿਹਾ ਹੈਰਾਨ ਹੋਇਆ ਵੀ ਆਹ ਕਹਿੰਦੇ ਆ ਵੀ ਅਸੀਂ ਉੱਥੇ ਵੇਖਿਆ, ਇਹ ਦਰੋਗਾ ਕਹਿੰਦਾ ਵੀ ਕੈਦ ਵਿੱਚ ਪਏ ਹਨ। ਸ਼ੀਗਰ ਪਠਾਇਓ ਨਰ ਇੱਕ ਤਹਾਂ। ਉਸੇ ਵੇਲੇ ਆਪਣਾ ਇੱਕ ਬੰਦਾ ਉਧਰ ਨੂੰ ਹੀ ਭੇਜਿਆ, ਜਿਹੜਾ ਉਧਰ ਵੇਖ ਕੇ ਆਇਆ ਸੀ ਨਾ ਮਹਾਰਾਜ ਨੂੰ ਸਿੱਖ ਦੇ ਘਰ ਦੇ ਵਿੱਚ, ਉਹਨੂੰ ਹੀ ਕਹਿੰਦੇ ਤੂੰ ਇੱਥੇ ਹੁਣ ਥਾਣੇ ਵਿੱਚ ਕੋਤਵਾਲੀ 'ਚ ਵੀ ਜਾ ਕੇ ਵੇਖ ਕੇ ਆ। ਖੋਲ ਕਪਾਟ ਨਿਹਾਰਨ ਕਰੇ। ਉੱਥੇ ਚਲਾ ਗਿਆ, ਦਰੋਗਾ ਕਚਹਿਰੀ ਵਿੱਚ ਹੈ, ਮਨੁੱਖ ਗਿਆ ਹੈ, ਦਰਵਾਜ਼ੇ ਖੋਲੇ ਨੇ, ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਤਵਾਲੀ 'ਚ ਬੈਠਿਆਂ ਵੇਖਿਆ। ਬੈਠੇ ਸਤਿਗੁਰ ਆਨੰਦ ਕੀ ਭਰੇ। ਵੇਖਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਤਾਂ ਬੈਠੇ ਨੇ, ਚਿਹਰੇ ਦੇ ਖੁਸ਼ੀ ਹੈ, ਆਨੰਦ ਦੇ ਵਿੱਚ ਮਗਨ ਹਨ। ਇੱਕ ਕਰ ਗਮਨਿਓ ਸ਼ਾਹ ਸੁਨਾਇਓ। ਬੜੀ ਤੇਜ਼ੀ ਨਾਲ ਵੇਖ ਕੇ ਵਾਪਸ ਗਿਆ ਤਾਂ ਔਰੰਗਜ਼ੇਬ ਨੂੰ ਸਾਰੀ ਖਬਰ ਜਾ ਕੇ ਕਹਿ ਦਿੱਤੀ। ਕੋਸ਼ਟ ਅੰਦਰ ਮੈਂ ਦੇਖਿਆ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਇਹ ਵੀ ਠੀਕ ਕਹਿੰਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਕੋਠੇ 'ਚ ਹੀ ਬੈਠੇ ਨੇ ਕੈਦਖਾਨੇ 'ਚ, ਮੈਂ ਵੇਖ ਕੇ ਆਇਆ ਹਾਂ। ਬਹੁਰ ਪਠਾਇਓ ਸਿੱਖ ਕੇ ਘਰ। ਉਸੇ ਨੂੰ ਫੇਰ ਕਹਿੰਦੇ ਵੀ ਸਿੱਖ ਦੇ ਘਰ ਦੇ ਵਿੱਚ ਇੱਕ ਵਾਰ ਫੇਰ ਚਲੇ ਜਾ, ਵੀ ਹੋ ਸਕਦਾ ਵੀ ਉੱਥੋਂ ਕਦੇ ਆ ਗਏ ਹੁਣ ਵਾਪਸ, ਤੇ ਤਾਂ ਦਰੋਗਾ ਆਂਦਾ ਕੈਦ ਵਿੱਚ ਨੇ। ਬੈਠੇ ਪਿਖੇ ਖਰੇ ਹੋਏ ਧਰਮ। ਉਹ ਜਦੋਂ ਉਹੀ ਬੰਦਾ ਫੇਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿੱਖ ਦੇ ਘਰੇ ਵੇਖਣ ਗਿਆ, ਦੌੜ ਕੇ ਤੇ ਵੇਖਿਆ ਵੀ ਉੱਥੇ ਬੈਠੇ ਭੋਜਨ ਛਕ ਰਹੇ ਨੇ, 4 ਸਫੇਰੇ ਸਿੱਖ ਬੈਠੇ ਹੋਏ ਹਨ। ਮੂਰਤ ਏਕ ਪਿਖੀ ਦਵੇ ਥਾਨ। ਤੇ ਹੈਰਾਨ ਹੋ ਗਿਆ, ਮੂਰਤੀ ਇੱਕ ਹੈ, ਸਰੀਰ ਸਰੂਪ ਇੱਕੋ ਹੈ, ਦੋਵਾਂ ਥਾਵਾਂ ਤੇ ਇੱਕੋ ਹੀ ਬੰਦਾ ਵੇਖ ਆਇਆ ਜਦੋਂ ਬਾਦਸ਼ਾਹ ਕੋਲ। ਸੁਨਤ ਸ਼ਾਹੋ ਜੁਤ ਭਏ ਹੈਰਾਨ। ਔਰੰਗਜ਼ੇਬ ਦੇ ਸਮੇਤ ਸੁਣ ਕੇ ਸਾਰੇ ਹੈਰਾਨ ਹੋ ਗਏ। ਹੈਰਾਨ ਉਹ ਸ਼ਬਦ ਹੈ ਵੀ ਪਰੇਸ਼ਾਨ ਜਿਹੇ ਹੋ ਗਏ ਵੀ ਇਦਾਂ ਕਿਵੇਂ ਹੋ ਸਕਦਾ ਹੈ। ਹਿਰਦੇ ਵਿਚਾਰੇ ਲਖਿਓ ਨ ਆ ਜਾਏ। ਦਿਲ ਵਿੱਚ ਸੋਚਦੇ ਆ, ਕਿਸੇ ਗੱਲ ਤੇ ਨਿਰਣੇ ਤੇ ਨਹੀਂ ਹਾਲਾਂ ਪਹੁੰਚੇ ਵੀ ਸਿੱਖ ਦੇ ਘਰ ਵਿੱਚ ਹਨ ਜਾਂ ਕੋਤਵਾਲੀ 'ਚ ਬੈਠੇ ਨੇ। ਦਵੇ ਸਥਾਨ ਪੁਨ ਪਿਖਨ ਫਿਰ ਪਠਾਏ। ਤੀਸਰੀ ਵਾਰ ਕੀ ਕੀਤਾ ਵੀ ਦੋਵਾਂ ਥਾਵਾਂ ਤੇ ਬੰਦੇ ਇਕੱਠੇ ਹੀ ਭੇਜੇ ਵੀ ਤੁਸੀਂ ਆ ਸਮਾਂ ਵੇਖ ਲਓ, ਹੁਣ ਚੱਲੇ ਹੋ ਤੇ ਦੋਵੇਂ ਇਕੱਠੇ ਹੀ ਵੇਖ ਕੇ ਆਓ ਗੁਰੂ ਸਾਹਿਬ ਕੈਦਖਾਨੇ 'ਚ ਕਿਹਨਾਂ ਦੇ ਸਿੱਖ ਦੇ ਘਰ ਵਿੱਚ ਨੇ। ਦਵੇ ਮੂਰਤ ਦਵੇ ਥਾਨ ਨਿਹਾਰੇ। ਤੇ ਜਦੋਂ ਬਾਦਸ਼ਾਹ ਨੇ ਇੱਕੇ ਸਮੇਂ ਦੋਵੇਂ ਪਾਸੇ ਆਪਣੇ ਸਭਾ ਦੇ ਵਿੱਚੋਂ ਬੰਦੇ ਭੇਜੇ ਤਾਂ ਦੋਵਾਂ ਥਾਵਾਂ ਤੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੈਠਿਆਂ ਵੇਖਿਆ। ਇੱਕ ਸਿੱਖ ਗ੍ਰਹਿ ਇੱਕ ਕੈਦ ਮਝਾਰੇ। ਇੱਕ ਸਰੂਪ ਮਹਾਰਾਜ ਦਾ ਸਿੱਖ ਘਰ ਭੋਜਨ ਛਕ ਰਿਹਾ, ਇੱਕ ਕੈਦ ਵਿੱਚ ਬੈਠੇ ਹੋਏ ਨੇ ਬੰਦਗੀ 'ਚ ਲੀਨ। ਅਸਮਤ ਮੰਤ ਕਹਿਤ ਹੈ ਕਈ। ਗੱਲ ਫਿਰ ਚੱਲ ਪਈ, ਕਹਿੰਦੇ ਕਈ ਕਹਿੰਦੇ ਹੁੰਦੇ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ 'ਚ ਬੜੀਆਂ ਸ਼ਕਤੀਆਂ ਹਨ। ਕੇਤਕ ਕੋ ਨਿਸ਼ਚਾ ਸ਼ੁਭ ਹੋਏ। ਕਈਆਂ ਨੂੰ ਤੇ ਚੰਗੀ ਤਰ੍ਹਾਂ ਨਿਸ਼ਚਾ ਹੋ ਗਿਆ ਮਹਾਰਾਜ ਦੀ ਇਹ ਕੌਤਕ ਵੇਖ ਕੇ ਵੀ ਧੰਨ ਹਨ ਗੁਰੂ ਸਾਹਿਬ। ਨੌਰੰਗ ਕੋ ਅਤ ਖੁਨਸਿਓ ਮਨ। ਪਰ ਔਰੰਗਜ਼ੇਬ ਜਿਹੜਾ ਸੀ ਉਹਦਾ ਮਨ ਖੁਣਸ ਖਾ ਗਿਆ, ਉਹ ਸੜ ਬਲ ਗਿਆ। ਮਹਾਰਾਜ ਸਾਹਿਬ ਨੂੰ ਦੋਵਾਂ ਥਾਵਾਂ ਦੇ ਸੁਣ ਕੇ ਵੀ ਕੈਦਖਾਨੇ 'ਚ ਵੀ ਨੇ ਤੇ ਸਿੱਖ ਦੇ ਘਰੇ ਵੀ ਬੈਠੇ ਨੇ, ਇਹ ਗੱਲ ਸੁਣ ਕਰਕੇ ਔਰੰਗਜ਼ੇਬ ਜਿਹੜਾ ਹੈ ਨਾ ਉਹ ਸੜ ਬਲ ਗਿਆ। ਇਹ ਕਿਆ ਰੀਤ ਕਰਤ ਦਿਖ ਰਾਹੀ। ਕਹਿੰਦਾ ਵੀ ਇਹ ਕੀ ਰੀਤੀ ਜੀ ਕਰਕੇ ਵਿਖਾ ਦਿੱਤੀ ਹੈ ਅੱਜ ਸਾਨੂੰ। ਆਸਨਾ ਹੋਏ ਛਲ ਬਲ ਕਰ ਜਾਏ। ਕਹਿੰਦੇ ਏਦਾਂ ਨਾ ਹੋਵੇ ਵੀ ਸਾਡੇ ਨਾਲ ਛਲ ਬਲ ਜਿਹਾ ਕਰਕੇ ਇੱਥੋਂ ਚਲੇ ਹੀ ਜਾਣ ਕੈਦ ਵਿੱਚੋਂ। ਕਾਰਾਗ੍ਰਹਿ ਤੇ ਨਿਕਸ ਸਿਧਾਏ। ਇਹ ਕਾਰਾਗ੍ਰਹਿ ਚੋਂ ਕੈਦਖਾਨੇ ਚੋਂ ਨਿਕਲ ਕੇ ਕਿਤੇ ਭਾਜੀ ਨਾ ਜਾਣ ਗੁਰੂ ਤੇਗ ਬਹਾਦਰ ਸਾਹਿਬ। ਗਇਓ ਮਰੂ ਕਰ ਜਤਨ ਬਣਾਏ। ਕਹਿੰਦੇ ਮਹਾ ਹੀ ਮਰ ਕੇ ਮਸਾਂ ਹੀ ਪਕੜਿਆ ਹੈ, ਬੜੇ ਯਤਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ। ਇਹਨਾਂ ਤੋਂ ਬੜਾ ਵੱਡਾ ਕੰਮ ਲੈਣਾ ਹੈ, ਸਾਰੇ ਮੁਸਲਮਾਨ ਬਣਾਉਣੇ ਨੇ। ਹਾਥਨ ਆਏ ਉਹ ਕਾਲ ਬਿਤਾਏ। ਬੜਾ ਸਮਾਂ ਧੱਕੇ ਖਾਂਦੇ ਰਹੀ ਹੈ ਸਾਡੀ ਫੌਜ, ਬੜਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਹੱਥ ਨਹੀਂ ਸੀ ਆਏ। ਅਬ ਮਨਾਏ ਕੈ ਮੈਂ ਮਨ ਭਾਈ। ਹੁਣ ਇਹਨਾਂ ਕੋਲੋਂ ਮੈਂ ਆਪਣੀ ਮਨ ਭਾਉਂਦੀ ਗੱਲ ਮਨਵਾ ਕੇ ਮੁਸਲਮਾਨ ਬਣਾ ਕੇ ਕਰੋ ਸ਼ਰਾ ਮਤ ਤੁਰਕ ਬਣਾਈ। ਸ਼ਰਾ ਦੇ ਇਸਲਾਮ ਦੇ ਮਤ ਧਰਮ ਵਿੱਚ ਲਿਆ ਕੇ ਤੇ ਸ਼ਰਾ ਦਾ ਕਾਨੂੰਨ ਹੀ ਸਭ ਥਾਵਾਂ ਤੇ ਲਾਗੂ ਕਰ ਦੂੰ, ਤੁਰਕ ਬਣਾਉ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਕੀਆਂ ਨੂੰ। ਇਹ ਜਬ ਕਲਮੇ ਕੋ ਪਠ ਲੇ। ਕਿਉਂਕਿ ਬਾਦਸ਼ਾਹ ਕਹਿੰਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਲਮਾ ਪੜ੍ਹ ਲਿਆ, ਜਦੋਂ ਮੁਸਲਮਾਨ ਬਣਾਉਂਦੇ ਨੇ ਕਿਸੇ ਨੂੰ ਪਹਿਲਾਂ ਕਲਮਾ ਪੜਾਉਂਦੇ ਹਨ। ਬਹੁਰ ਅਪਰ ਹਿੰਦੂ
ਹਿੰਦੂ ਰਹਿ ਜੇਹੇ। ਬਾਕੀ ਜਿੱਥੇ ਵੀ ਕੋਈ ਹਿੰਦੂ ਰਹਿੰਦੇ ਹਨ ਅਨਾਏ ਆਸ ਸਭ ਹੂੰ ਬਨ ਜਾਏ। ਉਹ ਸਾਰੇ ਹੀ ਕਹਿੰਦੇ ਵੀ ਆਪਣੇ ਆਪ ਹੀ ਬਿਨਾਂ ਕਿਸੇ ਯਤਨ ਤੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਮਗਰੇ ਹੀ ਮੁਸਲਮਾਨ ਬਣ ਜਾਣਗੇ। ਗੁਰੂ ਭਇਓ ਸਿੱਖ ਕਿਮ ਠਹਿਰਾਏ। ਜਦੋਂ ਸਾਰਿਆਂ ਦਾ ਗੁਰੂ ਹੀ ਮੁਸਲਮਾਨ ਬਣ ਗਿਆ ਫਿਰ ਸਿੱਖ ਕਿਵੇਂ ਆਪਣੇ ਧਰਮ 'ਚ ਕਾਇਮ ਰਹਿ ਸਕਦੇ ਹਨ। ਜਾਂ ਤੇ ਇਹ ਸੰਗ ਯਤਨ ਕਰੀਜੈ। ਇਸ ਕਰਕੇ ਔਰੰਗਜ਼ੇਬ ਕਹਿੰਦਾ ਵੀ ਇਹਨਾਂ ਦੇ ਨਾਲ ਕੋਈ ਤਗੜਾ ਯਤਨ ਕਰਕੇ ਰੱਖੀਏ ਆਪਾਂ। ਦੇਨ ਵਿਖੈ ਜਿਮ ਕਿਮ ਲੈ ਲੀਜੈ। ਜਿਵੇਂ ਕਿਵੇਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੀਨ ਮਜਬ ਇਸਲਾਮ ਵਿੱਚ ਲੈ ਆਈਏ। ਜਮਾਦਾਰ ਕਾਰਾਗ੍ਰਹਿ ਤੇਰਾ। ਜਿਹੜਾ ਉੱਥੇ ਕਾਰਾਗ੍ਰਹਿ ਦਾ ਕੈਦਖਾਨੇ ਦਾ ਜਮਾਦਾਰ ਸੀ, ਕੋਤਵਾਲੀ ਦਾ ਜਿਹੜਾ ਦਰੋਗਾ ਸੀ, ਇਹ ਤਾੜਿਓ ਕਹਿ ਤਰਾਸ ਕਨੇਰਾ। ਉਹਨੂੰ ਵਿਚਾਰੇ ਨੂੰ ਫੇਰ ਵੀ ਐਵੇਂ ਬਾਦਸ਼ਾਹ ਨੇ ਡਰ ਜਾ ਦੇਤਾ। ਭਾਵੇਂ ਕਿ ਮਹਾਰਾਜ ਸਾਹਿਬ ਨੂੰ ਦੋਵੇਂ ਪਾਸੇ ਦੇ ਬੰਦਿਆਂ ਵੇਖ ਵੀ ਲਿਆ ਹੈ, ਪਰ ਮਹਾਰਾਜ ਦੀ ਵਡਿਆਈ ਵੀ ਨਹੀਂ ਨਾ ਇਹਨਾਂ ਕੋ ਜਰ ਹੁੰਦੀ ਲੋਕਾਂ ਕੋ। ਸਤਿਗੁਰੂ ਦੀ ਵਡਿਆਈ ਉਦੋਂ ਵੀ ਨਹੀਂ ਸੀ ਕਿਸੇ ਕੋ ਜਰੀ ਗਈ ਜਦੋਂ ਗੁਰੂ ਨਾਨਕ ਸਾਹਿਬ ਦਾ ਰੂਪ ਸੀ। ਜਦੋਂ ਦਸੇ ਜਾਮੇ ਹੋ ਗਏ, ਹੁਣ ਗੁਰੂ ਗ੍ਰੰਥ ਸਾਹਿਬ ਨੇ ਹੁਣ ਵੀ ਕਈਆਂ ਕੋ ਮਹਾਰਾਜ ਦੀ ਵਡਿਆਈ ਜਰੀ ਨਹੀਂ ਜਾਂਦੀ। ਤੇ ਔਰੰਗਜ਼ੇਬ ਗੁੱਸਾ ਤਾਂ ਇਸ ਗੱਲ ਦਾ ਵੀ ਦੋਵੇਂ ਥਾਵਾਂ ਤੇ ਕਿਵੇਂ ਹਨ ਗੁਰੂ ਤੇਗ ਬਹਾਦਰ ਸਾਹਿਬ, ਪਰ ਉਲਟਾ ਦਰੋਗੇ ਨੂੰ ਤਾੜ ਦਾ ਝੜਕਦਾ ਹੋਇਆ ਕਹਿਣ ਲੱਗਾ, ਦਰੋਗਿਆ ਕੰਨ ਖੋਲ ਕੇ ਸੁਣ ਲੈ। ਦੇਖਿਓ ਚਲਿਓ ਜਾਏ ਨਹਿ ਕਿਉਂ ਹੂੰ। ਆ ਕਹਿੰਦਾ ਵੇਖੀ ਕਿਤੇ ਧਿਆਨ ਰੱਖੀ, ਗੁਰੂ ਤੇਗ ਬਹਾਦਰ ਸਾਹਿਬ ਤੇਰੀ ਕੈਦ ਵਿੱਚੋਂ ਨਿਕਲ ਕੇ ਚਲੇ ਨਾ ਜਾਵਣ ਕਿਧਰੇ। ਅਬ ਸਿੱਖਨ ਗ੍ਰਹਿ ਗਮਨਿਓ ਜੋ ਹੂੰ। ਜਿਵੇਂ ਹੋਣਾ ਵੇਖਿਆ ਨਾ ਸਿੱਖਾਂ ਦੇ ਘਰ ਵਿੱਚ ਗਏ ਹੋਏ ਪ੍ਰਸ਼ਾਦਾ ਛਕ ਰਹੇ ਨੇ। ਰਾਤ ਦਿਵਸ ਡਿੜ ਹੋਏ ਸਿਪਾਹੀ। ਰਾਤ ਦੇਣੀ ਸਿਪਾਹੀ ਅੱਗੇ ਇੱਕ ਹੋਰ ਪੈਂਦੇ ਪਹਿਰਾ ਸਖਤ ਕਰਦੇ ਤੇ ਰਾਤ ਦਿਨ ਦਰਵਾਜ਼ੇ ਦੇ ਆਲੇ ਦੁਆਲੇ ਰਹਿਣ। ਸ਼ਸਤਰ ਸਹਿਤ ਠੰਡੋ ਰਹਿ ਪਾਈ। ਕਿਰਪਾਨਾਂ ਕੱਢ ਕੇ ਸ਼ਸਤਰ ਰੱਖੋ, ਹਰ ਸਮੇਂ ਬੰਦੂਕਾਂ 'ਚ ਗੋਲੀਆਂ ਭਰ ਕੇ ਤਿਆਰ ਰਹੋ। ਅੰਖਨ ਅੱਗੇ ਦੇਖੀਏ ਤਰਹੀਏ। ਤੇ ਆਪਣੀਆਂ ਅੱਖਾਂ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਖਦੇ ਰਹੋ। ਲਗਾਤਾਰ ਮਹਾਰਾਜ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਣ। ਤਰਾਸ ਮੋਹੇ ਦਿਸ਼ ਤੇ ਤਿਸ ਰਹੀਏ। ਨਾਲੇ ਔਰੰਗਜ਼ੇਬ ਕਹਿੰਦਾ ਜਾ ਕੇ ਮੇਰੇ ਵੱਲੋਂ ਥੋੜਾ ਜਿਹਾ ਡਰ ਵੀ ਦੇ ਦਵੀਂ ਵੀ ਬਾਦਸ਼ਾਹ ਤੁਹਾਡੇ ਤੇ ਬੜਾ ਗੁੱਸੇ ਨਾਰਾਜ਼ ਜੇ ਤੁਸੀਂ ਹੁਣ ਵੀ ਮੰਨ ਲਵੋ। ਕਹਿਓ ਜੇ ਮਾਨ ਲਏ ਕਿਸ ਰੀਤ। ਤੇ ਜਿਵੇਂ ਕਿਵੇਂ ਵੀ ਔਰੰਗਜ਼ੇਬ ਦਰੋਗੇ ਨੂੰ ਕਹਿੰਦਾ, ਗੁਰੂ ਤੇਗ ਬਹਾਦਰ ਸਾਹਿਬ ਮੇਰਾ ਕਹਿਆ ਹੋਇਆ ਜੇ ਬਚਨ ਮੰਨ ਲੈਣ, ਜੇ ਮੇਰੀ ਗੱਲ ਮੰਨ ਲੈਣ, ਉਹਨਾਂ ਨੂੰ ਇੰਨਾ ਕੁ ਦੁੱਖ ਦੇ ਵੀ ਦੁੱਖ ਤੋਂ ਦੁਖੀ ਹੋ ਗਏ ਉਹ ਹਾਮੀ ਭਰ ਦੇਣ, ਮੇਰੀ ਹਾਂ 'ਚ ਹਾਂ ਮਿਲਾ ਦੇਣ। ਤਾੜਨ ਕਰੇ ਤਰਾਸ ਹੋਏ ਚੀਤ। ਆ ਉਸੇ ਤਰ੍ਹਾਂ ਕਹਿੰਦੇ ਤਾੜ ਨਾ ਕਰ ਮਹਾਰਾਜ ਸਾਹਿਬ ਜੀ ਨੂੰ, ਉਸੇ ਤਰ੍ਹਾਂ ਦੁੱਖ ਦੇ ਵੀ ਦੁੱਖ ਝੱਲ ਝੱਲ ਕੇ ਉਹਨਾਂ ਦਾ ਚਿੱਤ ਕਰੇ ਵੀ ਅਸੀਂ ਔਰੰਗਜ਼ੇਬ ਦੀ ਗੱਲ ਮੰਨ ਲਈਏ। ਮਮ ਢਿੱਗ ਤਬ ਆਏ ਕਹੀ। ਤੇ ਔਰੰਗਜ਼ੇਬ ਕਹਿੰਦਾ ਵੀ ਜਦੋਂ ਫਿਰ ਦੁਖੀ ਜੇ ਹੋ ਕੇ ਤੈਨੂੰ ਹੀ ਕਹਿਣਾ ਹੈ ਨਾ ਨੇੜੇ ਤੂੰ ਰਹਿਣਾ, ਜੇ ਕਹਿਣ ਰੋਜ਼ ਪੁੱਛਦਾ ਰਹਿ ਵੀ ਮਹਾਰਾਜ ਕੀ ਵਿਚਾਰ ਆ, ਫਿਰ ਤੇ ਜਿੱਦਣ ਤੈਨੂੰ ਕਹਿ ਦੇਣ ਨਾ ਵੀ ਜਿਵੇਂ ਔਰੰਗਜ਼ੇਬ ਕਹਿੰਦਾ ਅਸੀਂ ਤਿਆਰ ਹਾਂ ਉਸੇ ਕੰਮ ਨੂੰ ਰਹੋ ਸਚੇਤ ਵਿਸਾਸ ਨ ਕੀਜੈ। ਔਰੰਗਜ਼ੇਬ ਕਹਿੰਦਾ ਮੇਰੇ ਕੋਲ ਆ ਕੇ ਫਿਰ ਉਸੇ ਵੇਲੇ ਦੱਸ ਵੀ ਹੁਣ ਗੁਰੂ ਸਾਹਿਬ ਇਸਲਾਮ ਕਬੂਲਣ ਨੂੰ ਤਿਆਰ ਨੇ, ਤੇ ਨਾਲ ਹੀ ਕਹਿੰਦਾ ਸੁਚੇਤ ਰਹਿਣਾ ਤੇ ਵਿਸ਼ਵਾਸ ਨਹੀਂ, ਭਰੋਸਾ ਨਹੀਂ ਕਰਨਾ, ਵਿਸਾਹ ਨਹੀਂ ਖਾਣਾ ਉਹਨਾਂ ਦਾ। ਜੇਕਰ ਜਾਹੇ ਨਿਕਸ ਕਰ ਕੈਸੇ। ਜੇ ਜਿਵੇਂ ਕਿਵੇਂ ਵੀ ਉਹ ਕੈਦ ਵਿੱਚੋਂ ਨਿਕਲ ਗਏ ਨਾ ਜੇ ਨਵੇਂ ਪਾਤਸ਼ਾਹ, ਹੋਏ ਤਾੜਨਾ ਤੁਝ ਪਰ ਤੈਸੇ। ਬਸ ਤੇਰੇ ਤੇ ਤਾੜ ਨਾ ਹੋਊ, ਮੈਂ ਤਾਂ ਤੇਰੇ ਵਿੱਚੋਂ ਹੀ ਕੱਢੂੰਗਾ। ਗੁਰੂ ਤੇਗ ਬਹਾਦਰ ਸਾਹਿਬ ਜੇ ਕਿਤੇ ਚਲੇ ਗਏ ਸੰਕਟ ਘਨੇ ਪਾਏ ਜਿਮ ਸੋਈ। ਹਾਂ ਇਸ ਤਰ੍ਹਾਂ ਦਾ ਜਾ ਕੇ ਯਤਨ ਕਰ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਹੁਤੇ ਸੰਕਟ ਵਿਘਨ ਆਉਣ, ਉਹਨਾਂ ਦੇ ਸਰੀਰ ਨੂੰ ਦੁੱਖ ਆਵੇ। ਕਰੋ ਸੋ ਰੀਤ ਜੇ ਸੁਧਾ ਹੋਏ। ਉਹ ਹਰ ਇੱਕ ਤਰ੍ਹਾਂ ਦਾ ਕੰਮ ਔਰੰਗਜ਼ੇਬ ਕਹਿੰਦਾ ਕਰ, ਤੈਨੂੰ ਖੋਲਾ ਮੇਰੇ ਵੱਲੋਂ, ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸਿੱਧੇ ਹੋ ਜਾਣ, ਸਾਡੇ ਆਖੇ ਲੱਗ ਜਾਣ। ਤਾੜਨ ਕਰ ਪਠਿਓ ਸਿਪਾਹੀ। ਇਸ ਤਰ੍ਹਾਂ ਤਾੜ ਨਾ ਕਰਕੇ ਦਰੋਗੇ ਨੂੰ ਵਾਪਸ ਭੇਜ ਦਿੱਤਾ। ਉਹ ਵਿਚਾਰਾ ਸੋਚਦਾ ਜਾਂਦਾ ਵੀ 2 ਦਿਨ ਹੋ ਗਏ ਬਿਨਾਂ ਕਾਰਨ ਹੀ ਝੜਕਾਂ ਪੈ ਗਈਆਂ। ਸਾਵਧਾਨ ਠੰਡੋ ਰਹੋ ਪਾਹੀ। ਆ ਫਿਰ ਜਾ ਕੇ ਆਪਣੇ ਸਾਥੀਆਂ ਨੂੰ ਕਹਿੰਦਾ ਵੀ ਸਾਵਧਾਨ ਰਹੋ, ਪਤਾ ਨਹੀਂ ਵੀ ਬਾਦਸ਼ਾਹ ਨੂੰ ਕੀ ਹੋਇਆ, ਉਹ ਤੇ ਉਦਾਂ ਹੀ ਮਾਰਨ ਤੇ ਤੁਰਿਆ, ਜੇ ਕਿਤੇ ਚਲੇ ਗਏ ਫੇਰ ਨਹੀਂ ਛੱਡਦਾ ਸਾਨੂੰ। ਕਰਾਮਾਤ ਕਰ ਜੇ ਕਰ ਗਏ। ਤੇ ਜੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਕਤੀ ਕੋਈ ਕਰਾਮਾਤ ਵਿਖਾ ਕੇ ਕੈਦਖਾਨੇ ਚੋਂ ਨਿਕਲ ਗਏ, ਤੋ ਨਹਿ ਦੋਸ਼ ਤਨਕ ਹਮ ਭਾਇਓ। ਤਾਂ ਤੋ ਨਹਿ ਦੋਸ਼ ਤਨਕ ਹਮ ਭਇਓ। ਆਪਸ ਵਿੱਚ ਗੱਲਾਂ ਕਰਦੇ ਆ ਜਾ ਕੇ, ਕਹਿੰਦੇ ਅਸੀਂ ਤਾਂ ਤਕੜਾਈ ਰੱਖਾਂਗੇ। ਸਾਥੀਆਂ ਨੂੰ ਕਹਿੰਦਾ ਤਕੜਾਈ ਰੱਖੋ ਵੀ ਪੂਰੀ,
ਪਰ ਜੋ ਕਰਾਮਾਤ ਵਿਖਾ ਕੇ ਨਿਕਲ ਗਏ ਫਿਰ ਸਾਡਾ ਇਹ 'ਚ ਕੀ ਦੋਸ਼ ਹੈ? ਇਸ ਬਿਦ ਬਿਨ ਅਸ ਕੋ ਚਲ ਜਾਇਓ। ਹਾਂ, ਇਸ ਵਿਧੀ ਤੋਂ ਬਗੈਰ ਭਾਵ ਕਰਾਮਾਤ ਵਿਖਾ ਕੇ ਤਾਂ ਭਾਵੇਂ ਸਾਡੀ ਕੈਦ ਵਿੱਚੋਂ ਚਲੇ ਜਾਣ, ਨਹੀਂ ਤਾਂ ਹੋਰ ਕਿਸੇ ਤਰ੍ਹਾਂ ਵੀ ਅਸੀਂ ਜਾਣ ਨਹੀਂ ਦਵਾਂਗੇ। ਕੌਣ ਦੋਥਣੀ ਨੇ ਕਿਮ ਜਾਇਓ। ਕਹਿੰਦੇ ਹੋਰ ਕੋਈ ਮਾਨ ਇਹੋ ਜਿਹਾ ਨਹੀਂ ਜੰਮਿਆ ਵੀ ਜਿਹੜਾ ਸਾਡੇ ਪਹਿਰੇ ਵਿੱਚੋਂ ਨਿਕਲ ਜਾਵੇ। ਐਮ ਵਿਚਾਰ ਕੀ ਨਸਤ ਕਰਾਈ। ਇਹਦਾ ਆਪਸ ਵਿੱਚ ਵਿਚਾਰ ਕਰਕੇ ਥਾਣੇਦਾਰ ਨੇ ਸਿਪਾਹੀਆਂ ਦੀ ਕੋਤਵਾਲੀ 'ਚ ਮੀਟਿੰਗ ਲਈ ਹੈ, ਹੋਰ ਤਗੜੇ ਕਰਕੇ ਤੇ ਮਹਾਰਾਜ ਦੇ ਆਲੇ ਦੁਆਲੇ ਚੌਕਸਾਈ ਕਰ ਦਿੱਤੀ। ਕਾਰਾਗ੍ਰਹਿ ਮਹਿ ਗੁਰ ਸੁਖਦਾਈ। ਇਹਨਾਂ ਦਾ ਕਾਰਾਗ੍ਰਹਿ ਵਿੱਚ ਪਾਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਦੁਖੀ ਹੋਣਗੇ, ਪਰ ਮਹਾਰਾਜ ਸਾਹਿਬ ਸੁਖ ਦੇ ਨਾਲ ਆਨੰਦ ਦੇ ਨਾਲ ਅੰਦਰ ਬਰਾਜੇ ਹੋਏ ਨੇ, ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਨਾ, ਵਾਹਿਗੁਰੂ 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 ਵਾਹਿਗੁਰੂ। ਐਵੇਂ ਮਹਾਰਾਜ ਸਾਹਿਬ ਜੀ ਸਿਮਰਨ ਚ ਲੀਨ ਨੇ ਤੇ ਸਦਾ ਸੁਖ ਆਨੰਦ ਵਿੱਚ ਨੇ, ਕਿਉਂਕਿ ਪਰਮੇਸ਼ਰ ਦਾ ਜੋ ਸਿਮਰਨ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਅੰਮ੍ਰਿਤ ਨਾਮ ਹੈ। ਅੰਮ੍ਰਿਤ ਜਿਹੜਾ ਹੁੰਦਾ ਹੀ ਸੁਖ ਦੇਣ ਵਾਲਾ ਹੈ, ਤੇ ਪਾਤਸ਼ਾਹ ਆਨੰਦ ਵਿੱਚ ਬੈਠੇ ਨੇ। ਇਸ ਤੋਂ ਅੱਗੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੋਰ ਕੌਤਕ ਕਰਦੇ ਨੇ, ਗੁਰਾਂ ਨੂੰ ਗਊ ਦਾ ਮਾਸ ਖਵਾਉਣ ਦਾ ਯਤਨ ਕੀਤਾ ਇਹਨਾਂ। ਮਹਾਰਾਜ ਸਾਹਿਬ ਜਮਨਾ ਤੋਂ ਪਾਰ ਜਾ ਕੇ ਵੀ ਉੱਥੇ ਇਸ਼ਨਾਨ ਕਰ ਆਏ, ਵਿਚਰ ਆਏ। ਜਿਵੇਂ ਵੇਖ ਵੇਖ ਕਾਜੀ ਮੁਲਾਣੇ ਇਹਦੇ ਸਿਪਾਹੀ ਜਾਂ ਹੋਰ ਸੜਦੇ ਬਲਦੇ ਖਬਰਾਂ ਪਹੁੰਚਦੀਆਂ, ਜ਼ੋਰ ਚੱਲਦਾ ਨਹੀਂ ਹੈ। ਕੈਦਖਾਨੇ 'ਚ ਵੇਖਦੇ ਆ ਤੇ ਉੱਥੇ ਬੈਠੇ ਆ, ਤੇ ਬਾਹਰੋਂ ਵੀ ਖਬਰਾਂ ਆਉਂਦੀਆਂ ਨੇ। ਐਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੌਤਕ ਕਰ ਰਹੇ ਹਨ। ਗਰੀਬ ਨਵਾਜ ਦੇ ਪਾਵਨ ਇਤਿਹਾਸ ਨੂੰ ਕਹਿੰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸੰਗਤ ਤੇ ਗੁਰੂ ਸਾਹਿਬ ਜੀ ਸਦਾ ਹੀ ਬਖਸ਼ਣਹਾਰ ਹੈ, ਬਖਸ਼ ਲੈਣਾ। ਇਸ ਬਿਦ ਬਿਨ ਅਸ ਕੋ ਚਲ ਜਾਇਓ। ਕੌਣ ਦੋਥਣੀ ਨੇ ਕਿਮ ਜਾਇਓ। ਇਮ ਵਿਚਾਰ ਕੀਨ ਸਤ ਕਰਾਈ। ਕਾਰਾਗ੍ਰਹਿ ਮਹਿ ਗੁਰ ਸੁਖਦਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ ਦੇਨ ਦਰਦ ਨਿਵਾਰ। ਹੇ ਸਮਰਥ ਅਗਮ ਪੂਰਨ ਮੋਹਿ ਮਇਆ ਤਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਨ ਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਨ ਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ